ਪਹਿਲਾਂ ਕਦੀ ਸੁਣਦੇ ਹੋਵੋਗੇ ਵੀ ਕਦੀ ਕੈਨੇਡਾ ਅਮਰੀਕਾ 'ਚ ਕਿਸੇ ਨੇ ਕਿਸੇ ਨੂੰ ਲੈ ਕੇ ਜਾਣਾ ਤਾਂ ਉਹ ਉੱਥੋਂ ਕੋਈ ਉਹਦੇ ਵਿਆਹ ਕਰਾਉਣ ਵਿਆਹ 'ਚ ਕੋਈ ਗੋਰੀ ਆ ਗਿਆ ਕੋਈ ਗੋਰਾ ਆ ਗਿਆ ਉਹਦੇ ਨਾਲ ਇੱਥੇ ਉਹਦੇ ਨਾਲ ਵਿਆਹ ਕਰਾ ਕੇ ਉਹਨੂੰ ਉੱਥੇ ਲੈ ਗਏ ਲਿਜਾ ਕੇ ਉਸ ਤੋਂ ਬਾਅਦ ਉਹਨੂੰ ਕੁਝ ਪੈਸੇ ਦੇ ਕੇ ਬਾਅਦ 'ਚ ਕੁਝ ਟਾਈਮ ਬਾਅਦ ਉਹਨੂੰ ਉਹ ਆਪਣੇ ਘਰ ਚਲੇ ਗਏ ਤੇ ਉਹ ਇੱਕ ਕੰਟਰੈਕਟ ਸਾਈਨ ਹੋ ਜਾਂਦਾ ਵੀ ਤੁਸੀਂ ਜਾ ਕੇ ਉੱਥੇ ਤਲਾਕ ਜ਼ਰੂਰ ਦਿਓਗੇ। ਹੌਲੀ ਹੌਲੀ ਅੰਬੈਸੀਆਂ ਜਿਹੜੀਆਂ ਹੈਗੀਆਂ ਦੇਸ਼ਾਂ ਦੀਆਂ ਅੰਬੈਸੀਆਂ ਫੜਨ ਲੱਗ ਗਈਆਂ ਕੰਟਰੈਕਟ ਮੈਰਿਜਸ। ਉਹਨਾਂ ਨੂੰ ਪਤਾ ਲੱਗ ਗਿਆ ਵੀ ਸੌਦੇਬਾਜ਼ੀਆਂ ਉਹਨੇ ਕਈ ਫਰਾਡ ਸਾਹਮਣੇ ਆਏ ਵੀ ਪੈਸੇ ਲੈ ਲਏ ਪਰ ਵਿਆਹ ਨਹੀਂ ਕੀਤਾ ਹੈਗਾ ਜਾਂ ਫਿਰ ਉੱਥੇ ਜਾ ਕੇ ਡਿਵੋਰਸ ਨਹੀਂ ਦਿੱਤਾ ਉੱਥੇ ਜਾ ਕੇ ਹੋਰ ਪੈਸੇ ਮੰਗਣ ਲੱਗ ਗਏ। ਇਹ ਹੁਣ ਨਵੀਂ ਰਵਾਇਤ ਸ਼ੁਰੂ ਕਰਤੀ ਆਈਲੈਟਸ ਨੇ ਸਟੂਡੈਂਟ ਵੀਜ਼ੇ ਨੇ, ਕਿਉਂਕਿ ਸਟੂਡੈਂਟ ਵੀਜ਼ੇ ਤੇ ਸਪਾਊਸ ਜਿਹੜਾ ਉਹ ਜਾ ਸਕਦਾ ਹੈ। ਸਾਰਾ ਪੈਸੇ ਦਾ ਖੇਲ ਆ ਵੀ ਪੈਸਾ ਫੇਂਕ ਤਮਾਸ਼ਾ ਦੇਖ ਉਹ ਵਾਲਾ ਕੰਮ ਹੈ ਕਿ ਤੁਹਾਡੇ ਮੁੰਡੇ ਨੇ ਜਾਂ ਤੁਹਾਡੇ ਕੁੜੀ ਨੇ ਆਈਲੈਟਸ ਕਲੀਅਰ ਕਰ ਲਿਆ ਉਹਦਾ ਸਟੂਡੈਂਟ ਵੀਜ਼ਾ ਲੱਗ ਸਕਦਾ ਹੈ ਜਾਂ ਸਟੂਡੈਂਟ ਵੀਜ਼ਾ ਲੱਗ ਗਿਆ ਤੇ ਉਸ ਕਰਕੇ ਵੀ ਉਹ ਸਾਡੇ ਮੁੰਡੇ ਆ ਕੁੜੀ ਨੂੰ ਲਿਜਾ ਸਕਦਾ ਹੈ ਤੇ ਅਸੀਂ ਉਹਦੇ ਵਾਸਤੇ ਸਾਰੇ ਪੈਸੇ ਦੇਣ ਨੂੰ ਤਿਆਰ ਹੈ। ਲੋਕੀ ਆਪਣੇ ਕਈ ਕਿੱਲੇ ਵੇਚ ਕੇ ਆਪਣੀ ਜ਼ਮੀਨਾਂ ਜਾਇਦਾਦਾਂ ਵੇਚ ਕੇ ਲੋਨ ਲੈ ਕੇ ਆਪਣੇ ਧੀ ਪੁੱਤ ਤੇ ਡਿਪੈਂਡ ਹੋ ਕੇ ਨਹੀਂ ਦੂਜਿਆਂ ਦੇ ਧੀ ਪੁੱਤ ਤੇ ਡਿਪੈਂਡ ਹੋ ਕੇ ਆਪਣੇ ਧੀ ਪੁੱਤ ਨੂੰ ਉਹਨਾਂ ਨਾਲ ਵਿਆਹ ਕੇ ਉਹਨਾਂ ਤੇ ਖਰਚਾ ਕਰਕੇ ਜਿਹੜੇ ਹੈਗੇ ਆ ਬਾਹਰ ਭੇਜਦੇ ਆ। ਬਾਹਰ ਜਾਣ ਦੇ ਇੰਨੇ ਕਾਲੇ ਹੋ ਗਏ ਕਿ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ। ਪਿੱਛੇ ਖਬਰਾਂ ਆਉਂਦੀ ਸੀਗੀਆਂ ਪੁਰਾਣੇ ਟਾਈਮਾਂ 'ਚ ਕਿ ਜੀ ਕਈ ਵਾਰ ਤਾਂ ਕਜ਼ਨ ਸਿਸਟਰ ਬ੍ਰਦਰ ਵੀ ਆਪਸ ਵਿਆਹ ਕਰਾ ਕੇ ਬਾਹਰ ਲੰਘ ਜਾਂਦੇ। ਮੈਂ ਇਹਨੂੰ ਵਿਆਹ ਨਹੀਂ ਕਹੂੰਗਾ, ਇਹਨੂੰ ਸੌਦੇਬਾਜ਼ੀ ਕਹੂੰਗਾ। ਜੇ ਤੁਸੀਂ ਇਹੋ ਜਿਹੀ ਸੌਦੇਬਾਜ਼ੀ ਕਰਨੀਆਂ ਹੀ ਹੈ ਫਿਰ ਤੁਸੀਂ ਲੀਗਲ ਡਾਕੂਮੈਂਟ ਬਣਾਉਣ ਤੋਂ ਕਿਉਂ ਭੱਜਦੇ ਆ? ਜਦ ਲੋਕਾਂ ਤੋਂ ਤੁਸੀਂ ਤੁਸੀਂ ਲਿਖਤ ਕਰ ਲਓ, ਲਿਖਤ ਕਰਕੇ ਰੱਖ ਲਓ। ਜਿਹੜਾ ਧੋਖਾ ਦੇ ਗਿਆ ਬਾਅਦ 'ਚ ਕੱਲ੍ਹ ਤੁਸੀਂ ਥਾਣੇ ਕਚਹਿਰੀ ਜਾਣ ਜੋਗੇ ਤਾਂ ਹੈ ਭਈ ਆਹ ਲਿਖਤ ਹੋਇਆ ਸੀਗਾ। ਸਤਿ ਸ਼੍ਰੀ ਅਕਾਲ ਜੀ, ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਇੰਨੀ ਦਿਨੀ ਦੇ ਵਿੱਚ ਜਿਹੜਾ ਮਸਲਾ ਚੱਲ ਰਿਹਾ ਹੈ ਕੰਟਰੈਕਟ ਮੈਰਿਜ ਖੈਰ ਇੱਥੇ ਦਾ ਰਹਿ ਕੇ ਕੋਈ ਕੀ ਕਰੂਗਾ, ਪਰ ਜਦੋਂ ਵਿਦੇਸ਼ਾਂ ਦੀ ਗੱਲ ਆਉਂਦੀ ਆ ਉਸ ਨੂੰ ਲੈ ਕੇ ਬੜੀ ਹਾਵੀ ਤੋਂ ਬਾਅਦ ਨੁਕਸਾਨ ਅਸੀਂ ਦੇਖ ਲਿਆ ਕਿ ਕਿਵੇਂ ਆਖਰ ਕਰਕੇ ਇੱਕ ਗੱਭਰੂ ਜਵਾਨ ਮੁੰਡੇ ਦੀ ਜਾਨ ਚਲੀ ਜਾਂਦੀ ਹੈ ਤੇ ਇਸ ਤੋਂ ਬਾਅਦ ਬਹੁਤ ਸਾਰੇ ਲੋਕ ਅਜਿਹੇ ਖੜੇ ਹੋ ਜਾਂਦੇ ਨੇ ਜਿਹੜੇ ਸਾਫ਼ ਤੌਰ ਤੇ ਕਹਿੰਦੇ ਨੇ ਸਾਡੇ ਨਾਲ ਧੋਖਾ ਹੋ ਗਿਆ। ਸੀਨੀਅਰ ਐਡਵੋਕੇਟ ਸਤਵੀਰ ਵਾਲੀਆ ਸਾਡੇ ਨਾਲ ਨੇ। ਪਹਿਲਾਂ ਤਾਂ ਇਹ ਮਾਇਨੇ ਸਮਝਾਂਗੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਕਈ ਵਾਰ ਨਹੀਂ ਪਤਾ ਹੁੰਦੀਆਂ ਸਾਨੂੰ। ਸੁਣ ਲੈਂਦੇ ਹਾਂ ਕੰਟਰੈਕਟ ਮੈਰਿਜ ਪਰ ਹੈ ਕੀ ਚੀਜ਼ ਹੈ ਉਹ ਤੇ ਨੁਕਸਾਨ ਨਫੇ ਕੀ ਨੇ। ਵਾਲੀਆ ਸਾਹਿਬ, ਦੇਖਿਆ ਜਾਵੇ ਕੰਟਰੈਕਟ ਮੈਰਿਜ ਨੂੰ ਲੈ ਕੇ ਜਦੋਂ ਕੰਟਰੈਕਟ ਦੀ ਗੱਲ ਆਉਂਦੀ ਆ ਸ਼ਾਇਦ ਇਹ ਬਹੁਤ ਪਹਿਲਾਂ ਵੱਡੇ ਸ਼ਹਿਰਾਂ 'ਚ ਕਿਤੇ ਟਾਵੀ ਸੁਣਦੀ ਸੀ, ਪੰਜਾਬ 'ਚ ਇੰਨੀ ਹਾਵੀ ਕਿਵੇਂ ਹੋ? ਦੇਖੋ ਕੰਟਰੈਕਟ ਮੈਰਿਜ ਦਾ ਕਲਚਰ ਜਿਹੜਾ ਆਪਾਂ ਨੂੰ ਕੰਟਰੈਕਟ ਮੈਰਿਜ ਤਾਂ ਕਹਿੰਦੇ ਬੇਸਿਕਲੀ ਕਈ ਤਾਂ ਰਿਟਨ ਕੰਟਰੈਕਟ ਹੁੰਦੇ ਕਈ ਅਨਰਿਟਨ ਕੰਟਰੈਕਟ ਹੁੰਦੇ ਆ, ਪਰਸਨਲ ਕੰਸੈਂਸਸ ਬਣੇ ਹੁੰਦੇ ਆ। ਜਦੋਂ ਤੁਸੀਂ ਪਹਿਲਾਂ ਕਦੀ ਸੁਣਦੇ ਹੋਵੋਗੇ ਵੀ ਕਦੀ ਕੈਨੇਡਾ ਅਮਰੀਕਾ 'ਚ ਕਿਸੇ ਨੇ ਕਿਸੇ ਨੂੰ ਲੈ ਕੇ ਜਾਣਾ ਤਾਂ ਉਹ ਉੱਥੋਂ ਕੋਈ ਉਹਦੇ ਵਿਆਹ ਕਰਾਉਣ ਵਿਆਹ 'ਚ ਕੋਈ ਗੋਰੀ ਆ ਗਿਆ ਕੋਈ ਗੋਰਾ ਆ ਗਿਆ ਉਹਦੇ ਨਾਲ ਇੱਥੇ ਉਹਦੇ ਨਾਲ ਵਿਆਹ ਕਰਾ ਕੇ ਉਹਨੂੰ ਉੱਥੇ ਲੈ ਗਏ ਲਿਜਾ ਕੇ ਉਸ ਤੋਂ ਬਾਅਦ ਉਹਨੂੰ ਕੁਝ ਪੈਸੇ ਦੇ ਕੇ ਬਾਅਦ 'ਚ ਕੁਝ ਟਾਈਮ ਬਾਅਦ ਉਹਨੂੰ ਉਹ ਆਪਣੇ ਘਰ ਚਲੇ ਗਏ ਤੇ ਉਹ ਇੱਕ ਕੰਟਰੈਕਟ ਸਾਈਨ ਹੋ ਜਾਂਦਾ ਵੀ ਤੁਸੀਂ ਜਾ ਕੇ ਉੱਥੇ ਤਲਾਕ ਜ਼ਰੂਰ ਦਿਓਗੇ। ਤੇ ਉਹ ਹੌਲੀ ਹੌਲੀ ਅੰਬੈਸੀਆਂ ਜਿਹੜੀਆਂ ਹੈਗੀਆਂ ਦੇਸ਼ਾਂ ਦੀਆਂ ਅੰਬੈਸੀਆਂ ਫੜਨ ਲੱਗ ਗਈਆਂ ਕੰਟਰੈਕਟ ਮੈਰਿਜਸ। ਉਹਨਾਂ ਨੂੰ ਪਤਾ ਲੱਗ ਗਿਆ ਵੀ ਸੌਦੇਬਾਜ਼ੀਆਂ ਉਹਨੇ ਕਈ ਫਰਾਡ ਸਾਹਮਣੇ ਆਏ ਵੀ ਪੈਸੇ ਲੈ ਲਏ ਪਰ ਵਿਆਹ ਨਹੀਂ ਕੀਤਾ ਹੈਗਾ ਜਾਂ ਫਿਰ ਉੱਥੇ ਜਾ ਕੇ ਡਿਵੋਰਸ ਨਹੀਂ ਦਿੱਤਾ ਉੱਥੇ ਜਾ ਕੇ ਹੋਰ ਪੈਸੇ ਮੰਗਣ ਲੱਗ ਗਏ ਤੇ ਰੌਲੇ ਪੈਣੇ ਸ਼ੁਰੂ ਹੋ ਗਏ। ਤਾਂ ਇਹ ਹੁਣ ਨਵੀਂ ਰਵਾਇਤ ਸ਼ੁਰੂ ਕਰਤੀ ਆਈਲੈਟਸ ਨੇ ਸਟੂਡੈਂਟ ਵੀਜ਼ੇ ਨੇ, ਕਿਉਂਕਿ ਸਟੂਡੈਂਟ ਵੀਜ਼ੇ ਤੇ ਸਪਾਊਸ ਜਿਹੜਾ ਉਹ ਜਾ ਸਕਦਾ ਹੈ। ਤੇ ਸਪਾਊਸ 'ਚ ਇਹ ਜਿਵੇਂ ਕੈਨੇਡਾ ਹੋ ਗਿਆ ਕੁਝ ਹੋਰ ਕੰਟਰੀਜ਼ ਹੋ ਗਏ ਉਹਨਾਂ 'ਚ ਪਹਿਲਾਂ ਸਟੂਡੈਂਟ ਵੀਜ਼ੇ 'ਤੇ ਬੰਦਾ ਆਪ ਜਾਂਦਾ ਬਾਅਦ 'ਚ ਸਪਾਊਸ ਨੂੰ ਬੁਲਾਉਂਦਾ ਤੇ ਉਸ 'ਚ ਕੀ ਕਰਦਾ ਹੁਣ ਇੱਕ ਮਿਊਚੁਅਲ ਅੰਡਰਸਟੈਂਡਿੰਗ ਕ੍ਰੀਏਟ ਹੋਣੀ ਸ਼ੁਰੂ ਹੋ ਗਈ ਹੈ। ਜਿਵੇਂ ਸਪੋਜ਼ ਦੈਟ ਇਹ ਹੋ ਗਿਆ ਕਿ ਕੁੜੀ ਨੇ ਆਈਲੈਟਸ ਕਲੀਅਰ ਕੀਤਾ ਹੋਇਆ ਜਾਂ ਮੁੰਡੇ ਨੇ ਆਈਲੈਟਸ ਕਲੀਅਰ ਕੀਤਾ ਹੋਇਆ ਪਰ ਉਹਦੇ ਕੋਲ ਪੈਸੇ ਨਹੀਂ ਹੈਗੇ ਜਾਣ ਵਾਸਤੇ। ਉਹ ਕੀ ਕਰਦੇ ਹੁਣ ਤਾਂ ਮੈਨੂੰ ਬੜੀ ਦੁੱਖ ਦੀ ਗੱਲ ਮੈਂ ਇਹਨੂੰ ਕਹੂੰਗਾ ਕਿ ਇਹ ਅੱਗੇ ਐਡ ਅਖਬਾਰ ਜਾਂਦੀ ਸਾਡਾ ਮੁੰਡਾ ਨੌਕਰ ਲੱਗਿਆ ਜੀ, ਸਰਕਾਰੀ ਨੌਕਰ ਲੱਗਿਆ, ਉਹਦੀ ਇੰਨੀ ਇਨਕਮ ਹੈਗੀ ਹੈ ਜਾਂ ਕੁੜੀ ਇੰਨੀ ਇਨਕਮ ਹੈਗੀ ਹੈ ਤੇ ਉਹਦੇ ਵਾਸਤੇ ਵਿਆਹ ਵਾਸਤੇ ਸਾਨੂੰ ਜਿਹੜਾ ਹੈਗਾ ਮੁੰਡਾ ਜਾਂ ਕੁੜੀ ਚਾਹੀਦੀ ਹੈ। ਤੇ ਅੱਜ ਕੱਲ੍ਹ ਅਖਬਾਰਾਂ 'ਚ ਐਡ ਆਉਂਦੇ ਜੀ ਸਾਡੀ ਕੁੜੀ ਦੇ 6 ਆਪਣਾ ਆਲ 6 ਬੈਂਡ ਹੈ, ਸਾਡੇ ਮੁੰਡੇ ਦੇ ਆਲ 7 ਬੈਂਡ ਹੈ ਜਿਹਦੇ ਵਾਸਤੇ ਕੁੜੀ ਚਾਹੀਦੀ ਹੈ। ਤੇ ਇਟ ਮੀਨਸ ਕੀ ਹੋਇਆ ਉਹ ਐਡਾਂ ਦੇਣ ਦਾ ਮਤਲਬ ਇਹ ਹੋਇਆ ਕਿ ਸਾਡੇ ਕੋਲ ਪੈਸਾ ਨਹੀਂ ਹੈਗਾ, ਪੈਸਾ ਤੁਸੀਂ ਲਾਣਾ। ਜੇ ਮੁੰਡਾ ਹੈ ਤਾਂ ਪੈਸਾ ਕੁੜੀ ਵਾਲੇ ਨੇ ਲਾਣਾ, ਜੇ ਕੁੜੀ ਹੈ ਤਾਂ ਪੈਸਾ ਮੁੰਡੇ ਵਾਲੇ ਨੇ ਲਾਣਾ। ਇਹ ਮਤਲਬ ਸਿੰਪਲ ਉਹੀ ਗੱਲ ਹੋ ਗਈ ਜਿਸ ਤਰ੍ਹਾਂ ਪਹਿਲਾਂ ਮੈਂ ਕੰਟਰੈਕਟ ਮੈਰਿਜ ਦੀ ਗੱਲ ਕੀਤੀ ਹੈ ਕਿ ਸਾਰਾ ਪੈਸੇ ਦਾ ਖੇਲ ਆ ਵੀ ਪੈਸਾ ਫੇਂਕ ਤਮਾਸ਼ਾ ਦੇਖ ਉਹ ਵਾਲਾ ਕੰਮ ਹੈ ਕਿ ਤੁਹਾਡੇ ਮੁੰਡੇ ਨੇ ਜਾਂ ਤੁਹਾਡੇ ਕੁੜੀ ਨੇ ਆਈਲੈਟਸ ਕਲੀਅਰ ਕਰ ਲਿਆ ਉਹਦਾ ਸਟੂਡੈਂਟ ਵੀਜ਼ਾ ਲੱਗ ਸਕਦਾ ਹੈ ਜਾਂ ਸਟੂਡੈਂਟ ਵੀਜ਼ਾ ਲੱਗ ਗਿਆ ਤੇ ਉਸ ਕਰਕੇ ਵੀ ਉਹ ਸਾਡੇ ਮੁੰਡੇ ਆ ਕੁੜੀ ਨੂੰ ਲਿਜਾ ਸਕਦਾ ਹੈ ਤੇ ਅਸੀਂ ਉਹਦੇ ਵਾਸਤੇ ਸਾਰੇ ਪੈਸੇ ਦੇਣ ਨੂੰ ਤਿਆਰ ਹੈ। ਇਹ ਤਾਂ ਸ਼ੁਰੂ 'ਚ ਇਹੋ ਕਹੀਏ ਕਿ ਰਿਸ਼ਤੇ ਫਿਰ ਆਪਾਂ ਸੁਖਾਵੇਂ ਕਿਵੇਂ ਭਾਲਦੇ ਆਏ ਤਾਂ ਸ਼ੁਰੂ ਦੇ ਵਿੱਚ ਹੀ ਕਿਹਾ ਜਾ ਸਕਦਾ ਇੱਕ ਦੂਜੇ ਦੇ ਪ੍ਰਤੀ ਜੋ ਤੁਹਾਡੇ ਕੋਲ ਲਾਲਚ ਹੈ, ਦਿਲਾਂ ਦੀ ਸਾਂਝ ਤਾਂ ਪਈ ਨਹੀਂ ਹੈਗੀ ਦੋਨਾਂ ਦੀ। ਦੇਖੋ ਮੈਂ ਉਹੀ ਗੱਲ ਕਹਿੰਦਾ ਜਿਹੜਾ ਵਿਆਹ ਦਾ ਰਿਸ਼ਤਾ ਹੁੰਦਾ ਬੜਾ ਨਾਜ਼ੁਕ ਰਿਸ਼ਤਾ ਹੁੰਦਾ ਹੈ। ਇਹ ਆਪਸੀ ਦੋ ਮੁੰਡਾ ਕੁੜੀ ਦੇ ਜਿੱਥੇ ਆਪਸੀ ਸਹਿਮਤੀ ਦਾ ਰਿਸ਼ਤਾ ਹੁੰਦਾ ਹੈ, ਆਪਸੀ ਪਿਆਰ ਦਾ ਰਿਸ਼ਤਾ ਹੁੰਦਾ ਹੈ, ਉੱਥੇ ਇਹ ਦੋ ਪਰਿਵਾਰਾਂ ਦੋ ਖਾਨਦਾਨਾਂ ਦੀ ਸਹਿਮਤੀ ਦਾ ਰਿਸ਼ਤਾ ਆਪਸੀ ਪਿਆਰ ਦਾ ਰਿਸ਼ਤਾ ਹੁੰਦਾ ਹੈ। ਜਿਹੜਾ ਰਿਸ਼ਤਾ ਪੈਸਿਆਂ ਦੇ ਆਧਾਰ ਤੇ
ਸ਼ਰਤਾਂ ਦੇ ਆਧਾਰ ਤੇ ਸਿਰਫ ਬਾਹਰ ਜਾਣ ਤੱਕ ਦੀ ਚਾਹ ਦੇ ਆਧਾਰ ਤੇ ਆ ਕੇ ਟਿਕ ਗਿਆ, ਉਸ ਲਾਲਚ ਤੇ ਆ ਕੇ ਟਿਕ ਗਿਆ, ਤਾਂ ਉਹ ਰਿਸ਼ਤਾ ਅੱਜ ਨਹੀਂ ਕੱਲ੍ਹ ਤਾਂ ਖੇਰੂ ਖੇਰੂ ਹੋਣਾ। ਜਿਵੇਂ ਪੰਜਾਬ ਤੁਸੀਂ ਹਾਲਾਤ ਦੇਖੇ, ਮੈਂ ਤੁਹਾਨੂੰ ਹੋਰ ਥੋੜ੍ਹਾ ਜਿਹਾ ਐਕਸਪਲੇਨ ਕਰਦਾ। ਪੰਜਾਬ 'ਚ ਮੇਰੇ ਕੋਲ ਹੁਣ ਤੱਕ ਕੋਵਿਡ ਚੱਲ ਰਿਹਾ ਸੀਗਾ, 2018 ਦਾ ਇੱਕ ਡਾਟਾ ਸੀਗਾ ਕਿ 1,25,000 ਦੇ ਕਰੀਬ ਸਟੂਡੈਂਟਸ ਜਿਹੜਾ ਹੈਗਾ ਸਟੂਡੈਂਟ ਵੀਜ਼ੇ ਤੇ ਲੋਕ ਬਾਹਰ ਗਏ। ਅਰਾਊਂਡ 27,000 ਕਰੋੜ ਦਾ ਪੈਸਾ ਜਿਹੜਾ ਹੈਗਾ ਉਹ ਫੀਸਾਂ ਦੇ ਰੂਪ 'ਚ ਬਾਹਰ ਗਿਆ। 2019 ਦਾ 2020 ਦਾ ਐਕਸਟਰਨਲ ਅਫੇਅਰ ਮਿਨਿਸਟਰੀ ਦਾ ਡਾਟਾ ਹੈ, 2019 'ਚ ਪੂਰੇ ਦੇਸ਼ 'ਚ 5,09,000 ਦੇ ਕਰੀਬ ਬੱਚਾ ਬਾਹਰ ਗਿਆ ਸਟੂਡੈਂਟ ਵੀਜ਼ੇ ਤੇ। 2020 'ਚ ਕੋਵਿਡ ਹੋਣ ਦੇ ਬਾਵਜੂਦ 2.5 ਲੱਖ ਦੇ ਕਰੀਬ ਬੱਚਾ ਪੂਰੇ ਦੇਸ਼ 'ਚ ਬਾਹਰ ਗਿਆ। ਸੋ ਉਹ ਕਿਵੇਂ ਗਿਆ? ਈਵਨ ਕਿ ਪੋਲੀਟੀਕਲ ਅਸਾਈਲਮ ਜਾਂ ਅਸਾਈਲਮ ਵੀ ਆਪਾਂ ਕਹਿ ਲਈਏ, ਜਿਵੇਂ ਅਸੀਂ ਬਾਰ-ਬਾਰ ਕਹਿੰਦੇ ਆ ਵੀ ਹਾਂ ਜੀ ਸਾਡੇ ਇੱਥੇ ਆ ਕੇ ਕੋਈ ਹੋਰ ਵੀ ਰਹਿਣ, ਸੀਏ ਦੀ ਜਿਵੇਂ ਗੱਲ ਸੀਗੀ, ਤੇ ਤਕਰੀਬਨ ਪੌਣੇ 11,000 ਬੰਦੇ ਦੇਸ਼ ਚੋਂ, ਇੰਡੀਆ ਤੋਂ, ਇਹ ਐਕਸਟਰਨਲ ਅਫੇਅਰ ਮਿਨਿਸਟਰੀ ਦਾ ਡਾਟਾ ਹੈ, ਉਹ ਅਸਾਈਲਮ ਲੈ ਕੇ ਗਏ ਦੂਜੇ ਦੇਸ਼ਾਂ 'ਚ। ਸੋ ਇੰਨੀ ਦੌੜ ਜਿਹੜੀ ਲੱਗੀ, ਜੇ ਇਹ ਜਿਹੜੀ ਭੱਜ ਦੌੜ ਹੈਗੀ ਹੈ, ਇਹ ਭੱਜ ਦੌੜ ਨਹੀਂ, ਇਹ ਰਿਸ਼ਤੇ ਫਿੱਕੇ ਪਾਏ ਨੇ। ਇਹ ਨਵਾਂ ਕਲੇਸ਼ ਮੈਂ ਇਹਨੂੰ ਕਹੂੰਗਾ, ਇੱਕ ਨਵਾਂ ਲੀਗਲ ਬੈਟਲ ਜਿਹੜੀ ਹੈਗੀ ਹੈ ਇਹ ਵੀ ਸ਼ੁਰੂ ਕੀਤੀ ਹੈ ਕਿ ਤੁਸੀਂ ਪੈਸਾ ਲਾ ਕੇ ਜਦ ਇੱਕ ਸਮਾਨ ਖਰੀਦਦੇ ਹੋ ਤਾਂ ਨੈਚੁਰਲੀ ਜਿਹੜਾ ਸਮਾਨ ਖਰੀਦਿਆ ਜਾਂਦਾ ਹੈ, ਜਿਵੇਂ ਆਪਾਂ ਕਹਿੰਦੇ ਨੇ ਚਾਈਨਾ ਦਾ ਮਾਲ, ਜੇ ਉਹ ਚਾਈਨਾ ਦਾ ਮਾਲ ਨਿਕਲ ਆਇਆ ਫਿਰ ਦੁੱਖ ਵੀ ਕਾਹਦਾ। ਸੋ ਇਸ ਕਰਕੇ ਇਹ ਸਾਰੀ ਸੌਦੇਬਾਜ਼ੀ ਦਾ ਖੇਲ ਹੈ। ਮੈਂ ਬੇਨਤੀ ਕਰੂੰਗਾ ਕਿ ਆਪਾਂ ਇਹ ਸੌਦੇਬਾਜ਼ੀਆਂ ਤੋਂ ਬਾਹਰ ਨਿਕਲੀਏ। ਮੰਨਿਆ ਕਿ ਇੱਥੇ ਇੰਪਲੋਇਮੈਂਟ ਦੀ ਘਾਟ ਹੈ, ਮੰਨਿਆ ਇੱਥੇ ਸਰਕਾਰਾਂ ਜਿਹੜੀਆਂ ਸੰਜੀਦੀਆਂ ਨਹੀਂ ਹੈਗੀਆਂ, ਹੋਰ ਕਈ ਰਸਤੇ ਹੈਗੇ ਇੱਥੇ ਆਪਣੇ ਕੰਮ ਕਰਨ ਦੇ। ਲੋਕੀ ਆਪਣੇ ਕਈ ਕਿੱਲੇ ਵੇਚ ਕੇ, ਆਪਣੀ ਜ਼ਮੀਨਾਂ ਜਾਇਦਾਦਾਂ ਵੇਚ ਕੇ, ਲੋਨ ਲੈ ਕੇ, ਆਪਣੇ ਧੀ ਪੁੱਤ ਤੇ ਡਿਪੈਂਡ ਹੋ ਕੇ ਨਹੀਂ, ਦੂਜਿਆਂ ਦੇ ਧੀ ਪੁੱਤ ਤੇ ਡਿਪੈਂਡ ਹੋ ਕੇ, ਆਪਣੇ ਧੀ ਪੁੱਤ ਨੂੰ ਉਹਨਾਂ ਨਾਲ ਵਿਆਹ ਕੇ, ਉਹਨਾਂ ਤੇ ਖਰਚਾ ਕਰਕੇ ਜਿਹੜੇ ਹੈਗੇ ਆ ਬਾਹਰ ਭੇਜਦੇ ਆ। ਤੇ ਬਾਅਦ ਉਹ ਤੋਂ ਬਾਅਦ ਜੋ ਤੁਹਾਡੇ ਸਾਹਮਣੇ ਲਵਪ੍ਰੀਤ ਵਾਲਾ ਇੰਸੀਡੈਂਟ ਹੋਇਆ, ਇਹ ਹੁਣ ਸੱਚਾ ਝੂਠਾ ਖੈਰੇ ਤਾਂ ਆਪਾਂ ਨਹੀਂ ਕਹਿ ਸਕਦੇ, ਕਿਉਂਕਿ ਉਹਦੇ ਪਰਿਵਾਰ ਇੱਕ ਪਰਿਵਾਰ ਕਹਿੰਦਾ ਜੀ ਅਸੀਂ ਉਹਦੀ ਡੈਥ ਤੇ ਵੀ ਗਏ, ਸਾਰੇ ਕਿਤੇ ਗਏ, ਦੂਜਾ ਪਰਿਵਾਰ ਕਹਿੰਦਾ ਜੀ ਸਾਡੇ ਨਾਲ ਧੋਖਾ ਹੋਇਆ ਤਾਂ ਮੁੰਡਾ ਸੁਸਾਈਡ ਕਰ ਗਿਆ। ਬੇਸਿਕਲੀ ਗੱਲਾਂ ਇਸ 'ਚ ਵੀ ਆਉਂਦੀਆਂ ਕਿ ਹਿਊਮਿਲੇਸ਼ਨ ਵੀ ਹੁੰਦੀ ਹੈ। ਜਿਵੇਂ ਹੁਣ ਕੋਵਿਡ ਦਾ ਟਾਈਮ ਸੀਗਾ, ਕੋਵਿਡ ਟਾਈਮ 'ਚ ਫਰਸਟ੍ਰੇਸ਼ਨ ਵੀ ਲੋਕਾਂ 'ਚ ਕਾਫੀ ਵਧੀ ਹੈ ਕਿਉਂਕਿ ਘਰਾਂ 'ਚ ਬੰਦ ਰਹੇ। ਉਸ ਤੇ ਦੂਜੀ ਗੱਲ ਕਿ ਚਾਹ ਆਪਾਂ ਕਹੀਏ ਜ਼ਿਆਦਾ ਕਾਹਲੀ ਛੇਤੀ ਜਾਣ ਦੀ, ਜਿਵੇਂ ਆਪਾਂ ਕਹਿ ਦਈਏ ਕਿ ਜੀ ਕਿ ਬਾਈ ਜੀ ਵੀ ਮੈਂ ਤੁਹਾਨੂੰ 2 ਮਹੀਨੇ 'ਚ ਬਾਹਰ ਲੈ ਜਾਊਂਗਾ, ਤੇ ਉਹਨੂੰ 1.5 ਸਾਲ ਲੱਗ ਗਿਆ, ਪਰ ਤੁਹਾਡੇ 'ਚ ਕੋਈ ਫਰਸਟ੍ਰੇਸ਼ਨ ਲੈਵਲ ਵੀ ਵਧੂਗਾ, ਇੱਕ ਚਾਹਤ ਜਿਹੜੀ ਜਾਣ ਦੀ ਸੀਗੀ ਉਹ ਵੀ ਅਗਰੈਸਿਵਨੈਸ ਵੀ ਵਧੇਗੀ। ਉਹ ਚੀਜ਼ਾਂ ਵੀ ਹੁੰਦੀਆਂ ਕਿਉਂਕਿ ਉਹ ਫਿਰ ਇਹ ਲਾਲਸਾ ਹੁੰਦੀ ਹੈ ਕਿ ਮੈਂ ਪੈਸਾ ਵੀ ਖਰਚਿਆ, ਸਭ ਕੁਝ ਕਰਿਆ, ਮੈਂ ਗਿਆ ਕਿਉਂ ਨਹੀਂ ਜਾਂ ਮੈਂ ਗਈ ਕਿਉਂ ਨਹੀਂ। ਇੱਕ ਚੀਜ਼ ਹੋਰ ਦੱਸੋ ਇਹਦੇ 'ਚ, ਜਿਹੜੀ ਗੱਲ ਹੁਣ ਕੰਟਰੈਕਟ ਮੈਰਿਜ ਦੀ ਆ ਜਾਈਏ, ਜੇ ਆਪਾਂ ਕੰਟਰੈਕਟ ਮੈਰਿਜ ਇਹ ਲੀਗਲ ਤਾਂ ਕੋਈ ਤੌਰ ਤੇ ਉਹ ਕੋਈ ਮਸੌਦਾ ਤਾਂ ਤਿਆਰ ਕਰਦੇ ਨਹੀਂ, ਕੋਈ ਐਫੀਡੈਵਿਟ ਤਾਂ ਸਾਈਨ ਹੁੰਦੇ ਨਹੀਂ, ਬਾਅਦ ਦੇ ਵਿੱਚ ਕਾਨੂੰਨੀ ਤੌਰ ਤੇ ਜੇ ਜਾਈਏ ਤਾਂ ਸੁਣਵਾਈਆਂ ਹੈਗੀਆਂ ਇਹ ਚੀਜ਼ਾਂ ਦੀਆਂ? ਕੋਈ ਕਾਨੂੰਨੀ ਰਸਤੇ ਹੈਗੇ ਨੇ ਕਿ ਆਖਰਕਾਰ ਕੱਲ੍ਹ ਨੂੰ ਮੁੰਡੇ ਵਾਲਾ ਕਹਿ ਦੇ ਜਾਂ ਕੁੜੀ ਵਾਲਾ ਕਹਿ ਦੇ ਵੀ ਸਾਡੇ ਨਾਲ ਧੋਖਾ ਹੋ ਗਿਆ? ਦੇਖੋ, ਇਹ ਤਾਂ ਇਕੱਲੇ ਇਹ ਮੈਰਿਜਿਸ ਨਹੀਂ ਹੈਗੀਆਂ, ਅਦਰਵਾਈਜ਼ ਵੀ ਕਈ ਵਾਰ ਤੁਸੀਂ ਦੇਖਿਆ ਹੋਊਗਾ ਮੁੰਡਾ ਜਾਂ ਕੁੜੀ ਬਾਹਰੋਂ ਆਉਂਦੇ ਆ, ਇੱਥੇ ਵਿਆਹ ਕਰਾਉਂਦੇ ਆ, ਪੈਸਾ ਪੂਸਾ ਇਕੱਠਾ ਕਰਦੇ ਆ, ਇਕੱਠਾ ਕਰਕੇ ਲੰਘ ਜਾਂਦੇ, ਮੁੜ ਕੇ ਉੱਥੇ ਜਾ ਕੇ ਮੁੰਡਾ ਜਾਂ ਕੁੜੀ ਨੂੰ ਭੁੱਲ ਜਾਂਦੇ ਆ। ਤਾਂ ਉਹ ਤਾਂ ਕਾਨੂੰਨ ਦੇ ਕਈ ਰਸਤੇ ਨੇ, 420 ਦੇ ਕੇਸ ਵੀ ਆ, 498 ਦੇ ਕੇਸ ਵੀ ਦਾਇਰ ਹੁੰਦੇ ਆ। ਅੰਬੈਸੀਸ ਨੂੰ ਵੀ ਤੁਸੀਂ ਉਹਨਾਂ ਨੂੰ ਕੰਟੈਕਟ ਕਰਕੇ ਕਹਿ ਸਕਦੇ ਵੀ ਸਾਨੂੰ ਭਾਈ ਸਾਲ 1.5 ਸਾਲ ਤੋਂ ਕਿਸੇ ਨੇ ਅਪਰੋਚ ਨਹੀਂ ਕੀਤਾ ਮੁੰਡੇ ਨੇ ਵਿਆਹ ਕਰਨ ਤੋਂ ਬਾਅਦ। ਕਈ ਐਸੇ ਜਿਹੇ ਕੇਸਿਸ ਆਏ ਆ, ਤੇ ਉਹ ਤਾਂ ਕਾਨੂੰਨੀ ਪਹਿਲੂ ਤਾਂ ਹੈਗੇ ਨੇ। NRI ਥਾਣੇ ਬਣੇ ਹੋਏ ਨੇ, ਤੁਸੀਂ ਉਹਨਾਂ ਨੂੰ ਕਹੋ। ਅੰਬੈਸੀਸ ਬੜੀਆਂ ਰਿਸਪੌਂਸ ਕਰਦੀਆਂ ਹੁਣ ਤਾਂ, ਕੈਨੇਡਾ ਅੰਬੈਸੀ, ਆਸਟ੍ਰੇਲੀਆ, UK, ਜਿਹੜੀ ਵੀ ਅੰਬੈਸੀ, ਤੁਸੀਂ USA ਕੋਈ ਵੀ ਅੰਬੈਸੀ ਚੱਕ ਲਓ, ਤੁਸੀਂ ਕਿਸੇ ਦੇ ਖਿਲਾਫ ਕੰਪਲੇਂਟ ਫਾਈਲ ਕਰੋ ਕਿ ਮੇਰੇ ਨਾਲ ਇਹ ਇੱਥੇ ਇੰਡੀਆ 'ਚ ਫਰਾਡ ਕਰ ਗਿਆ, ਝੂਠਾ ਵਿਆਹ ਕਰਾ ਗਿਆ ਮੇਰੇ ਨਾਲ। ਜੇ ਉੱਥੇ ਵਿਆਹ ਕਰਾਇਆ ਹੋਇਆ ਵੀ ਨਿਕਲਦਾ ਤਾਂ ਵੀ, ਜੇ ਨਹੀਂ ਵੀ ਨਿਕਲਦਾ ਉੱਥੇ ਸਰਕਾਰਾਂ ਉਹਨਾਂ ਨੂੰ ਪੁੱਛਦੀਆਂ, ਐਮਬੈਸੀਆਂ ਉਹਨਾਂ ਨੂੰ ਪੁੱਛਦੀਆਂ, ਆਇਡੈਂਟੀਫਾਈ ਕਰਦੀਆਂ ਕਿ ਕਿਹੜੇ ਬੰਦੇ ਨੇ। ਸਾਡੇ ਇੱਥੇ ਬਕਾਇਦਾ ਇੱਕ NRI ਥਾਣੇ ਬਣੇ ਹੋਏ ਨੇ, ਇੱਕ ਬਕਾਇਦਾ ਪੋਰਟਲ ਬਣੇ ਹੋਏ ਨੇ ਸਰਕਾਰਾਂ ਦੇ, ਕਿ ਸਿਸਟਮ ਬਣਿਆ ਹੈ ਕਿ ਤੁਸੀਂ ਉਹਨਾਂ ਤੇ ਜਾ ਕੇ ਕੰਪਲੇਂਟ ਕਰੋ। ਮੰਨਿਆ ਸਾਡਾ ਸਿਸਟਮ ਸਲੋ ਹੈ ਹਿੰਦੁਸਤਾਨ ਦਾ, ਪਰ ਇੱਕ ਕੰਪਲੇਂਟ ਬਾਕਸ ਜਿਹੜੇ ਹੈਗੇ, ਜਿਹੜਾ ਕੰਪਲੇਂਟ ਪੋਰਟਲ ਜਿਹੜੇ ਹੈਗੇ ਉਹ ਬਣੇ ਹੋਏ ਨੇ। ਪਰ ਮੈਂ ਫਿਰ ਉਹੀ ਗੱਲ ਕਰੂੰਗਾ ਕਿ ਸਾਨੂੰ ਗੁਰੇਜ਼ ਕਰਨਾ ਚਾਹੀਦਾ ਇੱਦਾਂ ਦੀ। ਆਪਾਂ ਕੰਟਰੈਕਟ ਮੈਰਿਜ ਵਰਡ ਤਾਂ ਯੂਜ਼ ਕਰਦੇ ਹਾਂ ਕਿ ਜ਼ਰੂਰੀ ਨਹੀਂ ਕੋਈ ਰਿਟਨ ਕੰਟਰੈਕਟ ਹੁੰਦਾ ਹੈ। ਜੇ ਇੱਕ ਆਪਸੀ ਸਹਿਮਤੀ ਵੀ ਜਿਹੜੀ ਹੋਗੀ, ਵਰਬਲ ਵੀ ਗੱਲ ਹੋਗੀ, ਉਹ ਵੀ ਕੰਟਰੈਕਟ ਹੀ ਹੁੰਦਾ ਹੈ। ਇਹਦੀ ਲੀਗਲ ਵੈਲਿਊ ਤਾਂ ਆਪਾਂ ਉਹੀ ਕਵਾਂਗੇ ਕਿ ਮੁੜਕ ਵਿੜਕ ਤਾਂ ਫਿਰ ਉਹੀ ਆਉਂਦਾ ਜੀ। ਜਿਵੇਂ ਹੁਣ ਮੁੰਡੇ ਵਾਲੇ ਐਲੀਗੇਸ਼ਨ ਲਗਾ ਰਹੇ ਕੁੜੀ ਵਾਲਿਆਂ ਤੇ ਜੀ ਸਾਡੇ ਨਾਲ ਪੈਸੇ ਲੈ ਕੇ ਜੀ ਸਾਡੇ ਬਾਹਰ ਚਲੇ ਗਏ, ਧੋਖਾ ਕਰ ਗਏ। ਤਾਂ ਖਿਆਨਤ ਹੋ ਗਿਆ, ਜਿਹੜੀ ਪੁਰਾਣੀ ਸੁਣਦੇ ਹੁੰਦੇ ਸੀ ਆਪਾਂ, ਕਿਤੇ ਵਰਡ ਯੂਜ਼ ਹੁੰਦੇ ਸੀਗੇ। ਮੈਂ ਉਹੀ ਕਹਿਣਾ, ਧੋਖਾ। ਉਹਦੇ ਨਾਲ ਕੀ ਹੁੰਦਾ, ਇਹਦੇ ਨਾਲ ਹਿਊਮਿਲੇਸ਼ਨ ਦੋਨੇ ਪਰਿਵਾਰਾਂ ਦੀ ਵੀ ਹੈਗੀ ਹੈ। ਇੱਕ ਬਾਹਰ ਸਮਾਜ 'ਚ ਵੀ ਇੱਕ ਸੰਦੇਸ਼ ਜਿਹੜਾ ਬੜਾ ਗਲਤ ਸੰਦੇਸ਼ ਜਾਂਦਾ ਹੈ ਕਿ ਅੱਜ ਸਾਡੀ ਜਿਹੜੀ ਭਾਵਨਾਵਾਂ ਲੋਕਾਂ ਦੀ ਹੈਗੀਆਂ, ਅੱਜ ਜਿਹੜੇ ਸਾਡੀ ਮੋਰਲ ਡਿਊਟੀਜ਼ ਜਿਹੜੀਆਂ ਹੈਗੀਆਂ ਇੱਕ ਦੂਜੇ ਦੇ ਪ੍ਰਤੀ, ਕਿ ਇੰਨੀਆਂ ਘਟ ਗਈਆਂ। ਬਾਹਰ ਜਾਣ ਦੇ ਅਸੀਂ ਇੰਨੇ ਕਾਲੇ ਹੋ ਗਏ ਕਿ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ। ਪਿੱਛੇ ਖਬਰਾਂ ਆਉਂਦੀ ਸੀਗੀਆਂ ਪੁਰਾਣੇ ਟਾਈਮਾਂ 'ਚ ਕਿ ਜੀ ਕਈ ਵਾਰ ਤਾਂ ਕਜ਼ਨ ਸਿਸਟਰ ਬ੍ਰਦਰ ਵੀ ਆਪਸ 'ਚ ਵਿਆਹ ਕਰਾ ਕੇ ਬਾਹਰ ਲੰਘ ਜਾਂਦੇ ਸੀਗੇ। ਕਈ ਆਏ ਸੀਗੇ, ਪਰਚੇ ਦਰਜ ਹੋਏ ਨੇ ਉਹ 'ਚ।
ਹਾਂ ਉਹੀ ਨਾ ਇਦਾਂ ਮਤਲਬ ਆਪਣੇ ਖੂਨ ਦੇ ਰਿਸ਼ਤੇ ਵੀ ਜਿਹੜੇ ਹੈਗੇ ਆ ਉਹ ਵੀ ਬਾਹਰ ਜਾਣ ਦੇ ਲਾਲਚ ਤਾਰ-ਤਾਰ ਲੋਕੀ ਕਰੀ ਬੈਠੇ ਨੇ। ਸੋ ਮੈਂ ਤਾਂ ਇਹੀ ਕਹੂੰਗਾ ਕਿ ਇਹ ਧੋਖੇਬਾਜ਼ੀਆਂ ਚੀਜ਼ਾਂ ਤੋਂ ਬਚੋ। ਤੁਸੀਂ ਉਨਾ ਹੀ ਜ਼ੋਰ ਆਪਣੇ ਜਵਾਕ ਤੇ ਲਾ ਦਿਓ, ਆਪਣੇ ਮੁੰਡੇ ਤੇ ਲਾ ਦਿਓ। ਹੋਰ ਨੰਬਰ ਆਫ ਕੋਰਸਿਸ ਹੈਗੇ, ਨੰਬਰ ਆਫ ਚੀਜ਼ਾਂ ਹੈਗੀਆਂ, ਵਰਕ ਪਰਮਿਟ ਹੈਗੇ, ਹੋਰ ਚੀਜ਼ਾਂ ਹੈਗੀਆਂ। ਇੱਥੇ ਕੋਈ 2-3 ਸਾਲ ਕੰਮ ਖਿਲਾ ਕੇ ਉਹ ਤੇ ਮੁੜ ਕੇ ਪੈਸਾ ਲਾ ਕੇ ਉਹਨੂੰ ਬਾਹਰ ਭੇਜ ਦਿਓ। ਕਿਉਂ ਤੁਸੀਂ ਦੂਜੇ ਤੇ ਇਹਦੇ ਚ ਕਹਿ ਦਈਏ ਲਾਲਚ ਛੱਡਣ ਦੀ ਲੋੜ ਹੈ। ਤੇ ਇੱਕ ਵਾਲੀਆ ਜੀ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਅਸੀਂ ਇਸ ਤਰ੍ਹਾਂ ਦੇ ਪੂਰੇ ਮਾਮਲੇ ਦੇਖ ਲਏ ਨੇਗੇ, ਇਹਦੇ ਵਿੱਚ ਕੁੜੀਆਂ ਮੁੰਡੇ ਪੈਰਲਰ ਤੌਰ ਤੇ ਦੇਖਿਆ ਜਾ ਸਕਦਾ। ਕੁੜੀਆਂ ਵੀ ਉਨੀ ਪੀੜਤ ਹੈਗੀਆਂ ਨੇ ਵਿਚਾਰੀਆਂ, ਬਹੁਤ ਪਿੱਟਦੀਆਂ ਮਰ ਦੇਖਦੀਆਂ ਨੇ, ਮੁੰਡੇ ਵੀ ਇਹੀ ਚੀਜ਼ੋਂ ਦਿਖਦੇ ਨੇ। ਪਰ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਹੁਣ ਇਹ ਚਾਹ ਹੋ ਗਈ, ਤਾਈਓ ਲੱਗਦਾ ਵੀ ਅੰਬੈਸੀਆਂ ਕਈ ਵਾਰ ਬਹੁਤ ਫੋਟੋਆਂ ਕਹਿੰਦੇ ਹੁਣ ਮੰਗਣ ਲੱਗ ਗਈਆਂ, ਬਹੁਤ ਪ੍ਰੂਫ ਇਹੋ ਜਿਹੇ ਮੰਗਣ ਲੱਗ ਗਈਆਂ ਕਿ ਤੁਸੀਂ ਹਾਂ ਹਸਬੈਂਡ ਵਾਈਫ ਹੀ ਹੈਗੇ ਹੋ। ਕਈ ਤਰ੍ਹਾਂ ਦੇ ਨਿੱਜਤਾ ਤੌਰ ਤੇ ਵੀ ਕਹਿੰਦੇ ਸਵਾਲ ਕਈ ਵਾਰ ਕੀਤੇ ਜਾਂਦੇ ਨੇ ਇਸ ਤਰ੍ਹਾਂ। ਦੇਖੋ ਅੰਬੈਸੀ ਜਿਹੜੀ ਹੈਗੀ ਇਹ ਤਾਂ ਖੈਰ ਹਰੇਕ ਕੰਟਰੀ ਦਾ ਰੂਲ ਹੀ ਹੈਗਾ ਕਿ ਤੁਹਾਨੂੰ ਰਜਿਸਟਰਡ ਮੈਰਿਜ ਜਿਹੜੀ ਆ ਉਹ ਨਾਲ ਲਾਣੀ ਪੈਂਦੀ ਹੈ। ਤੇ ਤੁਸੀਂ ਕੋਈ ਵੀ ਵੀਜ਼ਾ ਫਾਈਲ ਕਰੋਗੇ ਰਜਿਸਟਰਡ ਮੈਰਿਜ ਲਾਣੀ ਪਊ। ਜੇ ਸਪੋਜ਼ ਕਰ ਮੈਂ ਸਟੂਡੈਂਟ ਵੀਜ਼ਾ ਫਾਈਲ ਵੀ ਕਰਦਾ ਹਾਂ, ਕੱਲ ਨੂੰ ਮੈਂ ਸਪਾਊਸ ਬਣਾ ਕੇ ਕਿਸੇ ਨੂੰ ਲੈ ਕੇ ਜਾਣਾ ਤੇ ਉਹ ਤੁਹਾਨੂੰ ਉਹ ਮੈਰਿਜ ਰਜਿਸਟਰਡ ਕਰਾ ਕੇ ਨਾਲ ਲਾਣੀ ਪਊਗੀ। ਜਿਵੇਂ ਆਸਟ੍ਰੇਲੀਆ ਹੈਗਾ, ਆਸਟ੍ਰੇਲੀਆ ਮੋਸਟ ਪ੍ਰੋਬਬਲੀ 12 ਕੁ ਮਹੀਨੇ ਦੀ ਟਰਮ ਦੇਖਦੇ, 12 ਕੁ ਮਹੀਨੇ ਪੁਰਾਣੀ ਵਿਆਹ ਹੈ ਕਿ ਨਹੀਂ ਹੈ। ਕਿਤੇ ਇਹ ਤਾਂ ਨਹੀਂ ਕਿ ਲੈ ਕੇ ਆਏ ਹੋਏ ਆ। ਮੈਂ ਤੁਹਾਨੂੰ ਛੋਟਾ ਜਿਹਾ ਇੱਕ ਐਗਜ਼ਾਮਪਲ ਵੀ ਆਸਟ੍ਰੇਲੀਆ ਦੇ ਦਿੰਦਾ। ਮੇਰੇ ਇੱਕ ਜਾਣਕਾਰ ਦੇ ਦੋਸਤ ਨਾਲ ਮਿੱਤਰ ਨਾਲ ਹੋਇਆ ਸੀਗਾ ਇੱਥੇ ਹੀ। ਉਹ ਕੰਟਰੈਕਟ ਮੈਰਿਜ, ਆਪਾਂ ਕੰਟਰੈਕਟ ਮੈਰਿਜ ਤਾਂ ਵਰਡ ਯੂਜ਼ ਕਰ ਰਹੇ ਕਿਉਂਕਿ ਮਿਊਚੁਅਲ ਸਹਿਮਤੀ ਜੀ ਕਰ ਲੈਂਦੇ ਨੇ ਲੋਕ ਹੀ ਹੈ। ਉਹ ਵਿਆਹ ਕਰਾ ਕੇ ਕੁੜੀ ਨਾਲ, ਕੁੜੀ ਦੇ ਘਰਦਿਆਂ ਨੇ ਸਾਰਾ ਖਰਚਾ ਕਰਿਆ, ਉਹ ਬਾਹਰ ਚਲਾ ਗਿਆ, ਮੈਲਬਨ ਲੈਂਡ ਕਰਿਆ। ਲੈਂਡ ਕਰਕੇ ਉੱਥੇ ਕੁੜੀ ਨੇ, ਉਹਦੇ ਰਿਸ਼ਤੇਦਾਰ ਐਡੀਲੇਡ ਰਹਿੰਦੇ ਸੀਗੇ, ਐਡੀਲੇਡ ਦਾ ਜਹਾਜ਼ ਫੜ ਲਿਆ, ਉਹ ਮੈਲਬਨ ਰਹਿ ਗਿਆ। ਸਾਲ ਕੁ ਬਾਅਦ ਕਿ ਲੋਕਲ ਕੁੜੀ ਕੋਈ ਸਿਟੀਜ਼ਨ ਸੀਗੀ, ਪੰਜਾਬੀਆਂ ਦੀ ਕੁੜੀ ਸੀਗੀ, ਉਹਦੇ ਨਾਲ ਉਹਦਾ ਅਫੇਅਰ ਸ਼ੁਰੂ ਹੋ ਗਿਆ। ਅਫੇਅਰ ਸ਼ੁਰੂ ਹੋ ਕੇ ਉਹਦੇ ਗਲ ਪੈ ਗਈ, ਭਾਈ ਮੇਰੇ ਨਾਲ ਵਿਆਹ ਕਰਾ ਤੂੰ। ਹੁਣ ਕਈ ਵਾਰ ਐਂ ਵੀ ਬੰਦਾ ਸਿਆਣਾ ਤਾਂ ਬਣਦਾ, ਕਈ ਵਾਰੀ ਐਂ ਵੀ ਅੜ ਜਾਂਦਾ। ਬੰਦਾ ਜਾਂਦਾ ਤਾਂ ਬਾਹਰ ਪੱਕਾ ਹੋਣ ਵਾਸਤੇ ਆ, ਤਾਂ ਹੈ ਨਹੀਂ ਪੜ੍ਹਨ ਵਾਸਤੇ ਜਾਂਦਾ। ਇਹ ਤਾਂ ਕਹਿਣ ਨੂੰ ਸਟੂਡੈਂਟ ਵੀਜ਼ਾ। ਖੈਰ ਇਹ ਤਾਂ ਬੜੀ ਹੁਣ ਨਾ ਗੱਲ, ਜੇ ਕੋਈ ਵਿਚਾਰਾ ਸੱਚਾ ਵੀ ਜਾਂਦਾ ਉਹਦੇ ਤੇ ਵੀ ਲੋਕਾਂ ਹੀ ਸ਼ੱਕ ਕਰਦੇ ਨੇ। ਤੇ ਉਹ ਕਹਿਣ ਨੂੰ ਹੀ ਹੈ ਇਹ। ਤੇ ਉਹਦੇ ਨਾਲ ਕੀ ਹੁੰਦਾ ਕਿ ਲੈਣ ਤਾਂ PR ਸਿਟੀਜ਼ਨ ਹੀ ਜਾਂਦਾ। ਉਹ ਹੁਣ ਫਸ ਗਿਆ। ਪਹਿਲਾਂ ਉਹਨੇ ਮੈਰਿਜ ਰਜਿਸਟਰਡ ਕਰਾ ਕੇ ਐਮਬੈਸੀ ਦਿੱਤੀ ਹੋਈ ਸੀਗੀ, ਹੁਣ ਉਹਦੇ ਨੂੰ ਤਲਾਕ ਦਿੰਦਾ ਤਾਂ ਮਰਦਾ। ਕਿਉਂਕਿ ਫਿਰ ਉਹ ਕਹਿੰਦੇ ਉਹ ਸਾਡੇ ਪੈਸੇ ਲਿਆਓ। ਕਿਉਂਕਿ ਉਹ ਕੰਟਰੈਕਟ ਤਾਂ ਇਹ ਹੋਇਆ ਹੁੰਦਾ ਕਿ ਭਾਈ ਸਾਡੀ ਕੁੜੀ ਨਾਲ ਜਾਊਗੀ, ਖਰਚਾ ਅਸੀਂ ਕਰਾਂਗੇ, ਤੂੰ ਪੱਕਾ ਹੋਏਗਾ ਨਾਲ ਉਹਨੂੰ ਵੀ ਪੱਕਾ ਕਰੂੰਗਾ, ਫਿਰ ਤਲਾਕ ਹੋ ਜੂ, ਕੋਈ ਗੱਲ ਨਹੀਂ। ਅੱਛਾ, ਇਹਦੇ ਨਾਲ ਦੇਖੋ ਇੱਕ ਹੋਰ ਵੀ ਗਲਤ ਮੈਸੇਜ ਜਿਹੜਾ ਸਮਾਜ 'ਚ ਜਾਂਦਾ ਹੈ। ਜਿਹੜੇ ਜੈਨੂਅਨ ਲੋਕ ਹੈ, ਜਿਹੜੀ ਫੋਰਨ ਐਮਬੈਸੀਜ਼ ਹੈਗੀਆਂ, ਫੋਰਨ ਐਮਬੈਸੀਆਂ ਫਿਰ ਦਿਮਾਗ 'ਚ ਇੱਕ ਇਹ ਚੀਜ਼ ਆਉਂਦੀ, ਜਿਵੇਂ ਪਹਿਲਾਂ ਵੀ ਕੰਟਰੈਕਟ ਮੈਰਿਜ ਚੱਲਦੀਆਂ ਸੀਗੀਆਂ ਜਾਂ ਫੜੇ ਗਏ ਸੀ ਲੋਕ, ਕਈ ਜਾਲੀ ਮੈਰਿਜਾਂ ਨਾਲ ਫੜੇ ਗਏ ਸੀਗੇ। ਉਹਦੇ ਜਿਹੜੇ ਜੈਨੂਅਨ ਕੇਸ ਨੇ, ਸਪੋਜ਼ ਕਰੋ 100 ਚੋਂ 50% ਜੈਨੂਅਨ ਨੇ। ਜਿਵੇਂ ਤੁਹਾਡਾ ਵਿਆਹ ਹੋਇਆ ਹੈ, ਮੇਰਾ ਵਿਆਹ ਹੋਇਆ ਹੈ, ਤੇ ਆਪਾਂ ਜੈਨੂਅਨਲੀ ਜਾਣਾ ਹੈ, ਤਾਂ ਉਹ ਐਮਬੈਸੀਆਂ ਸਾਡੇ ਤੇ ਵੀ ਸ਼ੱਕ ਕਰਨ ਲੱਗ ਜਾਂਦੀਆਂ। ਤੇ ਜਿਹੜੇ ਜੈਨੂਅਨ ਲੋਕ ਨੇ ਉਹਨਾਂ ਨੂੰ ਵੀ ਦਿੱਕਤਾਂ ਆਉਣੀ ਸ਼ੁਰੂ ਹੋ ਜਾਂਦੀਆਂ, ਕਿਉਂਕਿ ਉਹ ਐਮਬੈਸੀ ਦੇਖਣ ਲੱਗ ਜਾਂਦੀ ਵੀ ਕਿਤੇ ਇਹ ਕੰਮ ਤਾਂ ਨਹੀਂ ਕਰਕੇ ਆਏ। ਵਾਕਈ ਇਹਨਾਂ ਦੀ ਮੈਰਿਜ ਜੈਨੂਅਨ ਹੈ, ਕਿੰਨੀ ਦੇਰ ਪੁਰਾਣੀ ਮੈਰਿਜ ਹੋਈ ਹੈਗੀ, ਇਹਨਾਂ ਦੇ ਆਪਸ ਜਿਵੇਂ ਤੁਸੀਂ ਕਿਹਾ ਕੁਐਸਚਨ ਪੁੱਟ ਕਰਨ ਲੱਗ ਜਾਂਦੇ ਆ, ਤਾਂ ਕਈ ਵਾਰੀ ਇਹ ਇਸ਼ੂਜ਼ ਵੀ ਕ੍ਰੀਏਟ ਹੋਣੇ ਸ਼ੁਰੂ ਹੋ ਜਾਂਦੇ ਆ। ਅੱਛਾ, ਫਿਰ ਉਹੀ ਗੱਲ ਆ ਜਾਂਦੀ ਵੀ ਕਾਹਲੀ ਜਿਹੜੀ ਹੈਗੀ ਹਮੇਸ਼ਾ ਕਾਹਲੀ ਮਾਰਦੀ ਹੈ। ਜੇ ਤੁਸੀਂ ਕੰਟਰੈਕਟ ਮੈਰਿਜ ਕਰੀ ਵੀ ਹੈ, ਮੰਨ ਲਓ ਤੁਸੀਂ, ਤੇ ਇਹ ਮੋਰਲ ਰਿਸਪੌਂਸਿਬਿਲਿਟੀ ਮੁੰਡੇ ਦੀ ਵੀ ਹੈ ਤੇ ਕੁੜੀ ਦੀ ਵੀ ਹੈ। ਜੇ ਕੁੜੀ ਲੈ ਕੇ ਗਈ ਹੈ ਤਾਂ ਕੁੜੀ ਐਟਲੀਸਟ ਆਪਣੇ ਉਸ ਕਰਾਰ ਨੂੰ, ਚਾਹੇ ਮੂੰਹ ਜ਼ਬਾਨੀ ਕਰਾਰ ਹੋਇਆ, ਸਿਰੇ ਤੱਕ ਚੜਾਵੇ। ਸਟੂਡੈਂਟ ਵੀਜ਼ੇ ਤੋਂ ਬਾਅਦ ਵਰਕ ਵੀਜ਼ਾ ਲੱਗਦਾ, ਵਰਕ ਤੋਂ ਬਾਅਦ ਜਾਂ PR ਫਾਈਲ ਕਰਦੀ ਹੈ, ਉਹਦਾ ਵੀ PR ਨਾਲ ਕਰਾਵੇ। ਜੇ ਮੁੰਡਾ ਲੈ ਕੇ ਜਾਂਦਾ ਤਾਂ ਕੁੜੀ ਦਾ ਕਰਾਵੇ। ਐਟਲੀਸਟ ਆਪਣਾ ਇਨਸਾਨੀਅਤ ਦਾ ਜਿਹੜਾ ਹੈਗਾ ਲੈਸਨ, ਜਿਹੜਾ ਇਨਸਾਨੀਅਤ ਦਾ ਫਰਜ਼ ਹੈਗਾ, ਉਹਨੂੰ ਤਾਂ ਪੂਰਾ ਕਰੇ। ਇਹ ਤਾਂ ਸੋਚੇ ਵੀ ਜਿਹੜਾ ਲੱਖਾਂ ਰੁਪਇਆ ਲਾ ਕੇ ਮੇਰੇ ਉੱਤੇ ਮੈਨੂੰ ਉੱਥੇ ਸੈਟਲ ਕਰ ਰਿਹਾ ਹੈ, ਤੇ ਘੱਟੋ ਘੱਟ ਮੇਰੀ ਵੀ ਡਿਊਟੀ ਬਣਦੀ ਮੈਂ ਉਹਨੂੰ ਵੀ ਆਪਣੇ ਨਾਲ ਉੱਥੇ ਸੈਟਲ ਕਰਾਂ। ਬਾਅਦ 'ਚ ਚਾਹੇ ਜੋ ਮਰਜ਼ੀ ਹੁੰਦਾ ਰਹੇ, ਜੋ ਮਰਜ਼ੀ, ਚਾਹੇ ਉਹਨੇ ਇਕੱਠੇ ਰਹਿਣਾ ਨਹੀਂ ਰਹਿਣਾ, ਉਹ ਅਲੱਗ ਇਸ਼ੂ ਹੈ। ਵੀ ਕਈ ਵਾਰ ਹੁੰਦਾ ਕਿ ਮਜਬੂਰੀਆਂ ਹੁੰਦੀਆਂ, ਕਿ ਸਿਰਫ ਜਾਣ ਦਾ ਹੀ ਰਸਤਾ ਬਣਾਇਆ ਹੁੰਦਾ, ਉਹ ਅਲੱਗ ਇਸ਼ੂ ਹੈ। ਪਰ ਘੱਟੋ ਘੱਟ ਜੈਨੂਅਨ ਚੀਜ਼ ਦੇ ਨਾਲ, ਜੈਨੂਅਨ ਤਰੀਕੇ ਨਾਲ ਜਿਹਨੇ ਉਹਨੂੰ ਉੱਥੇ ਤੱਕ ਲੈ ਕੇ ਗਿਆ, ਉੱਥੇ ਤੱਕ ਪਹੁੰਚਾਇਆ, ਇੱਕ ਉਹ ਕੈਨੇਡਾ ਦੀ, ਅਮਰੀਕਾ ਦੀ, ਆਸਟ੍ਰੇਲੀਆ ਦੀ ਧਰਤੀ 'ਤੇ ਪੈਰ ਪਵਾਇਆ ਜਿਹਨੇ, ਘੱਟੋ ਘੱਟ ਉਹਦੀ ਉਸ ਚੀਜ਼ ਨੂੰ ਆਨਰ ਜ਼ਰੂਰ ਕਰੇ, ਇੱਦਾਂ ਧੋਖੇਬਾਜ਼ੀ ਨਾ ਦੇਵੇ। ਬਿਲਕੁਲ ਸਾਹਿਬ, ਫਿਰ ਦੇਖਿਆ ਜਾਵੇ ਜਦੋਂ ਇਸ ਤਰ੍ਹਾਂ ਦੇ ਕੇਸ ਹੋ ਜਾਂਦੇ ਨੇ, ਚਲੋ ਆਹ ਲਵਪ੍ਰੀਤ ਵਾਲਾ ਤਾਂ ਖੈਰ ਬਹੁਤ ਮਾੜਾ ਹੋਇਆ, ਕਿਸੇ ਜੇ ਕਹੀਏ ਕਿ ਮਾਂ ਦਾ, ਬਾਪ ਦਾ ਜਿਹੜਾ ਪੁੱਤ ਚਲਾ ਗਿਆ, ਇਸ ਤਰ੍ਹਾਂ ਦੀਆਂ ਚੀਜ਼ਾਂ ਤਾਂ ਨਹੀਂ ਹੋਣੀਆਂ ਚਾਹੀਦੀਆਂ, ਧੀਆਂ ਨਾਲ ਬਹੁਤ ਮਾੜਾ ਹੋ ਜਾਂਦਾ। ਪਰ ਕਾਨੂੰਨੀ ਰਸਤੇ ਤੌਰ ਤੇ ਜੇ ਦੇਖਿਆ ਜਾਵੇ ਕਿੰਨੀਆਂ ਕੁ ਚੀਜ਼ਾਂ ਰਹਿ ਜਾਂਦੀਆਂ ਨੇ, ਫਿਰ ਵੀ ਕਿੰਨਾ ਕੁ ਸੋਲਿਡ ਪੁਆਇੰਟ ਰਹਿ ਜਾਂਦੇ ਨੇ ਕਿ ਆਖਰ ਕਰਕੇ ਕੱਲ੍ਹ ਨੂੰ ਜੇਕਰ ਮੇਰੇ ਨਾਲ ਮਾੜਾ ਹੋਇਆ ਤਾਂ ਮੈਂ ਕਹਾਂ ਵੀ ਮੇਰੇ ਨਾਲ ਧੋਖਾ ਹੋ ਗਿਆ, ਕੁੜੀ ਧੋਖਾ ਕਰ ਗਈ, ਜਾਂ ਕੁੜੀ ਕਹੇ ਮੇਰੇ ਮੁੰਡਾ ਧੋਖਾ ਕਰ ਗਿਆ। ਕਾਨੂੰਨੀ ਤੌਰ ਤੇ ਕਿੰਨਾ ਕੁ ਲੱਗਦਾ ਤੁਹਾਨੂੰ ਕਿ ਆਖਰ ਕਰਕੇ ਇਹ ਕਾਰਗਰ ਬਾਅਦ 'ਚ ਸਾਬਿਤ ਹੁੰਦੇ ਨੇ? ਕਾਨੂੰਨੀ ਤੌਰ ਤੇ ਇਹਨਾਂ ਨੂੰ ਇਹਨਾਂ ਤੇ ਸਕੰਜਾ ਕਸਣ ਦੀ ਜਿਹੜੀ ਦੇਖਿਆ ਜਾਵੇ ਉਹ ਲੈਣ ਹੈਗੀ ਆ ਸਖਤ? ਦੇਖੋ, ਮੈਂ ਤਾਂ ਇਹ ਗੱਲ ਕਰੂੰਗਾ, ਵੈਸੇ ਗੱਲ ਕਹਿਣੀ ਨਹੀਂ ਚਾਹੀਦੀ ਕਿਉਂਕਿ ਬੜਾ ਅਟਪਟਾ ਜਿਹਾ ਲੱਗਦਾ ਗੱਲ ਕਹਿਣ ਨੂੰ, ਪਰ ਜੋ ਹਾਲਾਤ ਪੰਜਾਬ ਦੇ ਬਣੇ ਹੋਏ ਨੇ ਤਾਂ ਉਹ ਗੱਲ ਕਹਿਣ 'ਚ ਸ਼ਰਮ ਵੀ ਕੋਈ ਨਹੀਂ। ਵੀ ਜੇ ਤੁਸੀਂ ਆਪਸ 'ਚ ਕੋਈ ਸੌਦੇਬਾਜ਼ੀ ਕਰਨੀ ਹੈ ਤਾਂ ਉਹਨੂੰ ਲਿਖਤ 'ਚ ਕਰ ਲਓ, ਉਹਨੂੰ ਰਿਟਨ 'ਚ ਕਰ ਲਓ।
ਵੀ ਭਾਈ ਤੁਹਾਡੀ ਕੁੜੀ ਜਾਂ ਤੁਹਾਡਾ ਮੁੰਡਾ ਅੰਨੇ ਬੈਂਡ ਲਿਆਇਆ, ਉਹਨੇ ਸਟੂਡੈਂਟ ਵੀਜ਼ਾ ਲਵਾਉਣਾ, ਮੇਰੇ ਮੁੰਡਿਆਂ ਕੁੜੀ ਨੂੰ ਨਾਲ ਲੈ ਕੇ ਜਾਣਾ ਹੈ, ਆਹ ਅੰਨਾ ਖਰਚਾ ਜਿਹੜਾ 20 ਲੱਖ 25 ਲੱਖ 50 ਲੱਖ ਅਸੀਂ ਕਰਾਂਗੇ, ਪਰ ਤੁਹਾਡੇ ਮੁੰਡੇ ਦੀ ਜਾਂ ਕੁੜੀ ਜੋ ਵੀ ਹੈ ਉਹਦੀ ਜ਼ਿੰਮੇਵਾਰੀ ਹੋਏਗੀ ਕਿ ਇਹਨੂੰ ਵੀ ਨਾਲ ਲੈ ਕੇ ਸਟੂਡੈਂਟ ਵੀਜ਼ਾ ਲਵਾ ਕੇ ਲੈ ਕੇ ਜਾਣਾ, ਬਾਅਦ 'ਚ ਵਰਕ ਵੀਜ਼ਾ ਲੱਗੇ ਨਾ ਲੱਗੇ ਉਹ ਲੈਦੀ ਗੱਲ ਹੈ, ਮੁੜ ਕੇ ਜਦ ਆਪ ਪੀਆਰ ਹੋਏ ਇਹਨੂੰ ਪੀਆਰ ਕਰਨ, ਫਿਰ ਤੁਸੀਂ ਪ੍ਰੋਪਰ ਰਿਟਨ ਡਾਕੂਮੈਂਟ ਕਰੋ। ਉਹਦੀ ਜਿਹੜੀ ਘੱਟੋ ਘੱਟ ਤੁਸੀਂ 400 BC ਤੋਂ ਲੈ ਕੇ ਹੋਰ ਕਿਸੇ ਕਹਿਣ ਜੋਗੇ ਤਾਂ ਹੋਣਗੇ, ਜਿਵੇਂ ਇਸ ਕੇਸ 'ਚ ਮੰਦਭਾਗੀ ਘਟਨਾ ਨਹੀਂ ਹੋਣਾ ਚਾਹੀਦਾ ਸੀਗਾ ਇਹ ਜਿਹੜਾ ਹੋਇਆ ਇਨਸੀਡੈਂਟ, ਪਰ ਹੁਣ ਕੀ ਹੈ, ਹੁਣ ਕੁੜੀ ਦੇ ਮੁੰਡੇ ਦੇ ਪਰਿਵਾਰ ਵਾਲੇ ਕਹਿੰਦੇ ਆ ਕਿ ਮੁੰਡੇ ਨੇ ਸੁਸਾਈਡ ਕੀਤਾ ਹੈ, ਕੁੜੀ ਦੇ ਪਰਿਵਾਰ ਵਾਲੇ ਕਹਿੰਦੇ ਆ ਜੀ 5 ਦਿਨ ਬਾਅਦ ਮੁੰਡੇ ਦੇ ਪਰਿਵਾਰ ਵਾਲੇ ਕਹਿਣ ਲੱਗੇ ਸੁਸਾਈਡ ਹੋਇਆ, ਪੋਸਟਮਾਰਟਮ ਕੋਈ ਹੋਇਆ ਨਹੀਂ, ਜੇ ਸੁਸਾਈਡ ਹੋਇਆ ਤਾਂ ਪੋਸਟਮਾਰਟਮ ਰਿਪੋਰਟ ਜਿਹੜੀ ਲੀਗਲ ਡਾਕੂਮੈਂਟ ਹੈ ਉੱਥੋਂ ਪਤਾ ਲੱਗਦਾ ਸੁਸਾਈਡ ਹੋਇਆ, ਤੇ ਉਹਦੇ ਅਕੋਰਡਿੰਗਲੀ ਫਿਰ ਕੁੜੀ ਦੇ ਘਰ ਵਾਲਿਆਂ ਤੇ ਜਾਂ ਕੁੜੀ ਤੇ ਉਹ ਹਿਸਾਬ ਨਾਲ ਕ੍ਰਿਮੀਨਲ ਕੇਸ ਚੱਲ ਸਕਦੇ ਨੇ। ਪਰ ਹੁਣ ਤਾਂ ਉਹ ਇੱਕ ਜੈਨੂਅਨ ਮੈਰਿਜ ਦੀ ਗੱਲ ਆ ਗਈ, ਉਹ ਮੈਰਿਜ ਨੂੰ ਕੰਸੀਡਰ ਕੀਤਾ ਜਾਊਗਾ, ਮੈਰਿਜ ਦੇ ਅਕੋਰਡਿੰਗਲੀ ਧੋਖਾਧੜੀ ਕਹਿ ਲਓ ਜਾਂ ਕੁਝ ਹੋਰ ਕਹਿ ਲਓ, ਜੋ ਉਹਨਾਂ ਦੀ ਰਿਕਾਰਡ ਕਾਲਸ ਹੋਣਗੀਆਂ ਜਾਂ ਜੋ ਉਹਨਾਂ ਦੇ WhatsApp ਮੈਸੇਜ ਹੋਣਗੇ ਉਹਦੇ ਅਕੋਰਡਿੰਗਲੀ ਧੋਖਾਧੜੀ ਦੇ ਕੇਸ ਵਗੈਰਾ ਇਦਾਂ ਦਾ ਬਣੂਗਾ। ਜੇ ਕੋਈ ਇਹ ਮੁੰਡਾ ਕਰਦਾ ਕੁੜੀ ਨਾਲ, ਫਿਰ ਡੋਮੈਸਟਿਕ ਵਾਇਲੈਂਸ ਤਾਂ ਹੋ ਹੀ ਗਿਆ, ਨਾਲ ਹਰਾਸਮੈਂਟ ਹੋ ਗਿਆ, 498 ਵਗੈਰਾ ਜਿਹੜੀ ਉਹ ਪ੍ਰੋਸੀਡਿੰਗ ਜਿਹੜੀਆਂ ਹੈਗੀਆਂ ਉਹ ਵਾਲੀ ਪ੍ਰੋਸੀਡਿੰਗ ਉਹਦੇ ਨਾਲ ਪੈਰਲਲ ਚੱਲਣਗੀਆਂ। ਪਰ ਮੇਰੀ ਤਾਂ ਰਾਏ ਇਹੀ ਹੈ ਵੀ ਭਾਈ ਜੇ ਤੁਸੀਂ, ਮੈਂ ਇਹਨੂੰ ਵਿਆਹ ਨਹੀਂ ਕਹੂੰਗਾ, ਇਹਨੂੰ ਸੌਦੇਬਾਜ਼ੀ ਕਹੂੰਗਾ, ਜੇ ਤੁਸੀਂ ਇਹੋ ਜਿਹੀ ਸੌਦੇਬਾਜ਼ੀ ਕਰਨੀਆਂ ਹੀ ਹੈ ਫਿਰ ਤੁਸੀਂ ਲੀਗਲ ਡਾਕੂਮੈਂਟ ਬਣਾਉਣ ਤੋਂ ਵੀ ਕਿਉਂ ਭੱਜਦੇ ਆ? ਜਦ ਲੋਕਾਂ ਤੋਂ ਤੁਸੀਂ ਤੁਸੀਂ ਲਿਖਤ ਕਰ ਲਓ, ਲਿਖਤ ਕਰਕੇ ਰੱਖ ਲਓ, ਜਿਹੜਾ ਧੋਖਾ ਦੇ ਗਿਆ ਬਾਅਦ ਚ ਕੱਲ੍ਹ ਤੁਸੀਂ ਥਾਣੇ ਕਚਹਿਰੀ ਜਾਣ ਜੋਗੇ ਤਾਂ ਹੈ ਭਾਈ ਆਹ ਲਿਖਤ ਹੋਇਆ ਸੀਗਾ, ਠੀਕ ਹੈ ਨਾ। ਇੱਕ ਵਾਲੀ ਜੀ ਹੋਰ ਚੀਜ਼ ਦੇਖਣ ਨੂੰ ਮਿਲੀ ਸੀ ਕਿ ਕੁਝ ਸਮਾਂ ਪਹਿਲਾਂ ਇੱਕ ਕੋਈ ਸਾਡੀ ਜਾਣ ਪਛਾਣ ਦਾ ਸੀਗਾ, ਉਹ ਮੁੰਡਾ ਆਪਦੇ ਜੇ ਕਹੀਏ ਕਿ ਲੱਗਦਾ ਉਹੀ ਗੱਲ ਤੁਹਾਡੇ ਵਾਲੀ ਬੜੀ ਅਟਪਟੀ ਹੈ ਕਿ ਉਹ ਜੈਨੂਨ ਕੇਸ ਸੀਗਾ, ਜੈਨੂਨ ਹਸਬੈਂਡ ਵਾਈਫ ਨੇਗੇ, ਉਹਨਾਂ ਤੋਂ ਮੰਗਿਆ ਗਿਆ ਕਿ ਕਹਿੰਦੇ ਜੀ ਤੁਹਾਡੀਆਂ WhatsApp ਦੀਆਂ ਜਿਹੜੀਆਂ ਹੈਗੀਆਂ ਆਪਸੀ ਚੈਟਿੰਗਾਂ ਦੱਸੋ, ਨਿਜਤਾ ਤੇ ਸਵਾਲ ਉੱਠ ਜਾਂਦਾ ਹੈਗਾ। ਇਹ ਤਾਈਓ ਕਰਕੇ ਕਿ ਆਖਰਕਾਰ ਹਾਲਾਤ ਇਹੋ ਜਿਹੇ ਬਣ ਗਏ ਕਿ ਹੁਣ ਉਹ ਵੀ ਵਿਚਾਰੇ ਕੀ ਕਰਨ, ਉਹਨਾਂ ਨੂੰ ਵੀ ਲੋੜ ਪੈਂਦੀ ਹੈ ਕਿ ਨਿਜਤਾ 'ਚ ਝਾਕਣ ਦੀ, ਕਿ ਆਖਰਕਾਰ ਭਾਈ ਤੁਸੀਂ ਜੇ ਤੁਹਾਡੇ ਆਪਸੀ ਕੋਈ ਗੱਲਾਂ ਬਾਤਾਂ ਪ੍ਰੇਮ ਪਿਆਰ ਦੀਆਂ ਹੋਈਆਂ ਨੇਗੀਆਂ ਤਾਂ ਉਹ ਦਿਓ ਸਾਨੂੰ, ਤਾਂ ਕਿ ਅਸੀਂ ਮੰਨ ਸਕੀਏ ਕਿ ਤੁਸੀਂ ਭਾਈ ਹਸਬੈਂਡ ਵਾਈਫ। ਦੇਖੋ ਜਿਵੇਂ ਪਹਿਲਾਂ ਵੀ ਕਿਹਾ ਵੀ ਪੁਰਾਣੇ ਟਾਈਮ 'ਚ ਕੀ ਹੁੰਦਾ ਸੀਗਾ, ਜਦੋਂ ਇੱਥੋਂ ਕੋਈ ਵਿਆਹ ਕਰਾ ਕੇ ਜਾਂਦਾ ਸੀਗਾ ਤਾਂ ਉਹ ਜੈਨੂਅਨ ਹੀ ਮੰਨ ਲੈਂਦੇ ਸੀ ਵੀ ਹਾਂ ਜੀ ਵਿਆਹੇ ਹੋਏ ਨੇ, ਉਹਨਾਂ ਨੂੰ ਬਾਅਦ 'ਚ ਉਹਨਾਂ ਦੇ ਗ੍ਰੀਨ ਕਾਰਡ ਵਗੈਰਾ ਦੇ ਦਿੰਦੇ ਸੀਗੇ। ਬਾਅਦ 'ਚ ਜਿਵੇਂ ਜਿਵੇਂ ਫਰਾਡ ਕੇਸ ਆਉਣ ਲੱਗੇ, ਕੋਈ ਧੋਖਾ ਦੇ ਗਿਆ, ਕੁਝ ਹੋ ਗਿਆ, ਅੰਬੈਸੀ ਨੂੰ ਪਤਾ ਲੱਗਣਾ, ਅੰਬੈਸੀਆਂ ਫਿਰ ਰੇਡ ਕਰਨ ਲੱਗ ਗਈਆਂ ਵੀ ਐਟਲੀਸਟ ਸਾਲ ਤੁਸੀਂ ਇਕੱਠੇ ਰਹੋਗੇ, ਕਿਸੇ ਵੀ ਟਾਈਮ ਅੰਬੈਸੀ ਤੁਹਾਡੇ ਵਿਜ਼ਿਟ ਕਰ ਸਕਦੀ ਹੈ, ਉਹ ਤੋਂ ਬਾਅਦ ਤੁਹਾਡੀ ਇੰਟਰਵਿਊ ਹੋਊਗੀ। ਸੋ ਉਹ ਸਿਚੁਏਸ਼ਨ ਅੱਜ ਸਟੂਡੈਂਟ ਵੀਜ਼ਿਆਂ 'ਚ ਹੋ ਗਈ। ਉਹ ਕਿਉਂ ਹੋ ਗਈ? ਕਿਉਂਕਿ ਇਸ ਟਾਈਪ ਦੇ ਇਨਸੀਡੈਂਟ ਜਿਹੜੇ ਹੋਏ ਨੇ, ਮੈਂ ਉਹੀ ਕਹਿੰਦਾ ਵੀ ਜਿਹੜੇ 50% ਜੈਨੂਅਨ ਕੇਸ ਹੈ ਉਹ ਜੈਨੂਅਨ ਕੇਸਾਂ ਨੂੰ ਵੀ ਦਿੱਕਤ ਹੋ ਗਈ ਇਹ ਕੰਟਰੈਕਟ ਮੈਰਿਜਾਂ ਦੇ ਚੱਕਰ 'ਚ। ਤਾਂ ਐਟਲੀਸਟ ਮੈਂ ਤਾਂ ਇਹੀ ਕਹੂੰਗਾ ਵੀ ਇੱਕ ਦੂਏ ਦੇ ਨਾਲ ਖੜਨਾ ਸਿੱਖੋ। ਜਦ ਇੱਕ ਖਰਚਾ ਕਰ ਰਿਹਾ ਹੈ, ਇਹਨੂੰ ਮੈਂ ਸੌਦੇਬਾਜ਼ੀ ਵੀ ਕਹੂੰਗਾ ਵੀ ਜਦ ਤੁਹਾਡਾ ਇੱਕ ਦਿਨ ਸੌਦਾ ਹੋਏਗਾ ਉਹਨੂੰ ਸੌਦੇ ਨੂੰ ਪਕਾਓ, ਫਿਰ ਉਹਨੂੰ ਕਿਉਂ ਨਹੀਂ ਪਕਾਉਂਦੇ? ਸੋ ਇਹ ਇੱਕ ਦੁਖਾਂਤ ਗੱਲ ਵੀ ਹੈ, ਮਾੜੀ ਗੱਲ ਵੀ ਹੈ। ਪਹਿਲਾਂ ਤਾਂ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀਆਂ। ਇਹ ਤੁਸੀਂ ਆਪੇ ਹੀ ਆਪਣੇ ਨਿਆਣੇ ਨੂੰ ਪ੍ਰਮੋਟ ਕਰੋ, ਅੱਗੇ ਵਧਾਓ, ਤਾਂ ਕਿ ਕੁਛ ਨਾ ਕੁਛ ਮਾੜਾ ਮੋਟਾ ਉਹ ਆਪਣੀ ਪੈਰ। ਆਈਲੈਟਸ ਦੇ ਬੈਂਡ ਚਾਹੀਦੇ ਵੀ ਕਿੰਨੇ ਹੁੰਦੇ ਆ? ਜੇ ਹੁਣ ਕੋਈ 5.5 ਬੈਂਡ ਜਾਂ 5 ਬੈਂਡ ਵੀ ਨਹੀਂ ਲੈ ਸਕਦਾ ਸਟੂਡੈਂਟ ਵੀਜ਼ੇ ਵਾਸਤੇ, ਫਿਰ ਦੱਸੋ ਉਹ ਉੱਥੇ ਜਾ ਕੇ ਵੀ ਕੀ ਕਰੂਗਾ? ਫਿਰ ਦੂਜੀ ਗੱਲ ਫਿਰ ਉਹ ਆ ਜਾਂਦੀ, ਮੈਂ ਇਸ ਨਾਲ ਹੀ ਗੱਲ ਜੋੜਦਾ। ਸਪੋਜ਼ ਕਰੋ ਇੱਕ ਕੁੜੀ ਮੁੰਡੇ ਨੂੰ ਲੈ ਜਾਂਦੀ ਹੈ ਜਾਂ ਕੁੜੀ ਪਹੁੰਚ ਜਾਂਦੀ ਹੈ, ਬਾਅਦ ਚੋਂ ਦੇਖਦੀ ਯਾਰ ਵੀ ਖਰਚਾ ਤਾਂ ਇਹਨੇ ਮੇਰਾ ਸਾਰਾ ਕਰਤਿਆ, ਪਰ ਇਹ ਵਿਚਾਰਾ 10ਵੀਂ ਜਾਂ 12ਵੀਂ ਪਾਸ ਹੈ, ਉਰੇ ਆ ਕੇ ਕਰੂਗਾ ਕਿਆ ਇਹ? ਮੇਰਾ ਇਹਦੇ ਨਾਲ ਸੈਟਅਪ ਕਿਵੇਂ ਤਿਆਰ ਹੋਊਗਾ? ਮੈਂ ਇਹਨੂੰ ਕਿਵੇਂ ਇੱਥੇ ਐਸਟੈਬਲਿਸ਼ ਹੋਊਗਾ? ਉਹ ਸੋਚਣ ਲੱਗ ਜਾਂਦੀ ਹੈ। ਜਾਂ ਮੁੰਡਾ ਜਾਂਦਾ ਹੈ, ਉਹ ਕੁੜੀ ਬਾਰੇ ਐਂ ਸੋਚਣ ਲੱਗ ਜਾਂਦਾ ਹੈ। ਸੋ ਉਹ ਜਿਹੜੀ ਇਨਸਿਕਿਉਰਿਟੀਜ਼ ਹੁੰਦੀਆਂ, ਸੈਟਲਮੈਂਟ ਇਨਸਿਕਿਉਰਿਟੀਜ਼ ਹੁੰਦੀਆਂ, ਕਿਉਂਕਿ ਜਾਣ ਲੱਗੇ ਪਹਿਲੇ 2 ਸਾਲ ਦਾ ਜੋ ਕੁੜੀ ਗਿਆ ਚਾਹੇ ਮੁੰਡਾ ਗਿਆ, ਉਹਨਾਂ ਨੂੰ ਪਤਾ ਹੈ ਕਿ ਅਸੀਂ ਕਿਵੇਂ ਔਖੇ ਟਾਈਮ ਉਹਨਾਂ ਨੇ ਦੇਖਿਆ ਹੁੰਦਾ ਹੈ। ਭਾਂਡੇ ਤੱਕ ਮਾਂਜਣੇ ਪੈਂਦੇ, ਗੱਡੀਆਂ ਧੋਣੀਆਂ ਪੈਂਦੀਆਂ, ਹੋਟਲਾਂ 'ਚ ਕੰਮ ਕਰਨਾ ਪੈਂਦਾ, ਦਿਨ ਰਾਤ ਦਿਹਾੜੀਆਂ ਕਰਨੀਆਂ, ਮਿਹਨਤ ਕਰਨਾ ਪੈਂਦਾ ਸੈੱਟ ਹੋਣ ਵਾਸਤੇ। ਉਹਨਾਂ ਨੇ ਉਹ ਚੀਜ਼ ਦੇਖੀ ਹੁੰਦੀ ਹੈ। ਫਿਰ ਜਦੋਂ ਉਹ ਚੀਜ਼ ਤੋਂ ਨਿਕਲ ਚੁੱਕੇ ਹੁੰਦੇ, ਕਈ ਵਾਰ ਉਹਨਾਂ ਦੇ ਮਨ 'ਚ ਇਹ ਵੀ ਆ ਜਾਂਦਾ ਹੋਏਗਾ ਕਿ ਭਾਈ ਮੈਂ ਤਾਂ ਹੁਣ 2 ਸਾਲ ਦੀ ਚੀਜ਼ ਤੋਂ ਨਿਕਲ ਗਏ, ਸਾਡਾ ਹੁਣ ਇੱਕ ਸਟੇਟਸ ਵੀ ਇੱਥੇ ਕ੍ਰੀਏਟ ਹੋ ਗਿਆ, ਇੱਕ ਫਰੈਂਡ ਸਰਕਲ ਵੀ ਸਟੇਟਸ ਦਾ ਕ੍ਰੀਏਟ ਹੋ ਗਿਆ। ਕੱਲ੍ਹ ਨੂੰ ਕਹੀਂ ਮੁੰਡਾ ਜਾਂ ਕੁੜੀ ਜਿਹਨੂੰ ਅਸੀਂ ਹੋਰ ਨੂੰ ਨਾਲ ਬੁਲਾਉਂਗੇ, ਜਿਹਨਾਂ ਵਿਆਹੇ ਹੋਏ ਨੇ, ਉਹਨਾਂ ਨੂੰ ਤਾਂ ਇਹ ਚੀਜ਼ਾਂ ਭੁਗਤਣੀ ਪੈਣੀਆਂ। ਜਾਂਦੇ ਸਾਰੇ ਉਹਨੂੰ ਕੋਈ ਉੱਥੇ ਆਪਾਂ ਉਹੀ ਗੱਲ ਕਹਿ ਜੇ DC ਤਾਂ ਲਾ ਨਹੀਂ ਦਊਗਾ, ਜਾਂਦੇ ਸਾਰਿਆਂ ਨੂੰ ਕੰਮ ਤਾਂ ਕਰਨਾ ਹੀ ਪੈਣਾ ਕੋਈ ਨਾ ਕੋਈ। ਤਾਂ ਉਹ ਜਿਹੜਾ ਉਹ ਜਿਨ੍ਹਾਂ ਦੇ ਦਿਮਾਗ 'ਚੋਂ ਔਰਾ ਕ੍ਰੀਏਟ ਹੋ ਜਾਂਦਾ ਹੈ, ਤੇ ਇਹ ਵੀ ਮੈਨੂੰ ਲੱਗਦਾ ਉਹ ਇਨਸਿਕਿਉਰਿਟੀਆਂ ਜਿਹੜੀਆਂ ਹੈਗੀਆਂ, ਉਹ ਜਿਹੜਾ ਗੱਲਾਂ ਹੈਗੀਆਂ, ਉਹ ਵੀ ਕਿਤੇ ਨਾ ਕਿਤੇ ਇਹ ਚੀਜ਼ ਨੂੰ ਬੜਾਵਾ ਦਿੰਦੀਆਂ ਵੀ ਇਹ ਧੋਖੇਬਾਜ਼ੀ ਨੂੰ ਬੜਾਵਾ ਦਿੰਦੀਆਂ। ਲਾਸਟ ਵਕੀਲ ਸਾਹਿਬ ਦੇਖਿਆ ਜਾਵੇ, ਕਿਉਂਕਿ ਤੁਸੀਂ ਤਾਂ ਦੇਖਦੇ ਰਹਿੰਦੇ ਹੋਵੋਗੇ ਕੇਸ ਇਹੋ ਜਿਹੇ ਬਥੇਰੇ ਆਉਂਦੇ ਰਹਿੰਦੇ ਨੇ, ਰਿਸ਼ਤੇ ਬਚੇ ਫਿਰ ਕਿਤੇ? ਦੇਖੋ ਜਦ ਤੁਸੀਂ ਅਖਬਾਰ 'ਚ ਆਈਲੈਟਸ ਦੀ ਐਡ ਦੇ ਕੇ ਮੁੰਡਾ ਜਾਂ ਕੁੜੀ ਵਿਆਹਤੀ, ਉਹ ਤੁਸੀਂ ਰਿਸ਼ਤਾ ਥੋੜ੍ਹੀ ਕਰਿਆ, ਉਹ ਤਾਂ ਸੌਦਾ ਕੀਤਾ ਤੁਸੀਂ, ਇਹਨੂੰ ਰਿਸ਼ਤਾ ਨਹੀਂ ਕਹੋਗੇ। ਇੱਕ ਮੈਂ ਹੁਣੀ ਪੜ੍ਹ ਰਿਹਾ ਸੀਗਾ
ਕਿ ਕਿਤੇ ਤਾਂ ਇਹ ਵੀ ਹੋਇਆ ਕਿ ਪੰਜਾਬ ਵੂਮਨ ਕਮਿਸ਼ਨ 'ਚ ਕੇਸ ਇਹੋ ਜਿਹੇ ਵੀ ਆਏ ਆ ਕਿ ਜੀ ਰਿਸ਼ਤਾ ਹੋ ਗਿਆ, ਵਿਆਹ ਹੋ ਗਿਆ, ਕੁੜੀ ਦੇ ਬੈਂਡ ਨਹੀਂ ਆਏ, ਕੁੜੀ ਦੇ ਬੈਂਡ ਨਹੀਂ ਆਏ, ਉਹ ਕਹਿੰਦੇ ਇਹ ਤਾਂ ਭਾਈ ਵਿਆਹ ਹੀ ਤਾਂ ਕਰਿਆ ਤਾਂ ਵੀ ਤੇਰੇ ਬੈਂਡ ਆਉਂਗੇ, ਸਟੂਡੈਂਟ ਵੀਜ਼ਾ ਲੱਗੂਗਾ, ਮੁੰਡੇ ਨਾਲ ਤੁਰੂਗਾ। ਆ ਡੋਮੈਸਟਿਕ ਵਾਇਲੈਂਸ ਦੇ ਕੇਸ ਜਿਹੜੇ ਆਣੇ ਸ਼ੁਰੂ ਹੋ ਗਏ ਵੂਮਨ ਕਮਿਸ਼ਨ 'ਚ। ਸੋ ਇੱਧਰ ਇਨਸੀਡੈਂਟ ਵੀ ਹੈਗੇ ਆ, ਮਾੜੀ ਗੱਲ ਹੈ, ਇਹ ਮੰਦਭਾਗੀ ਘਟਨਾਵਾਂ ਹੈ। ਥੋੜ੍ਹਾ ਜਿਹਾ ਪਬਲਿਕ ਨੂੰ ਅਵੇਅਰ ਹੋਣਾ ਪਊਗਾ। ਕੱਲ੍ਹ ਨੂੰ ਆਪਣੇ ਧੀ ਪੁੱਤ ਨੂੰ ਸੈੱਟ ਕਰਨ ਵਾਸਤੇ ਆ ਬਾਹਰ ਭੇਜਣਾ ਜ਼ਰੂਰੀ ਹੈ, ਜਾਂ ਜਿਵੇਂ ਆ ਪਰਿਵਾਰ ਨਾਲ ਹੋਇਆ ਮਾੜੀ ਗੱਲ ਹੋਈ ਜਿਹੜੀ, ਉਹ ਇੱਕ ਪਰਿਵਾਰ 'ਚੋਂ ਇੱਕ ਜਵਾਨ ਮੁੰਡਾ ਇੱਕ ਪੁੱਤ ਵਿਛੜ ਗਿਆ, ਜਾਂ ਉਹ ਜ਼ਰੂਰੀ ਹੈ। ਬਿਲਕੁਲ, ਧੀ ਪੁੱਤ ਕਿਸੇ ਦਾ ਨਾ ਜਾਵੇ, ਖੈਰ ਇਹੀ ਹਰ ਕੋਈ ਸੁੱਖਾਂ ਸੁਖਦਾ, ਪਰ ਇਹ ਆਖਰਕਾਰ ਜਿਸ ਤਰ੍ਹਾਂ ਦੇ ਨਾਲ ਜੇ ਕਹੀਏ, ਇਹਨਾਂ ਨਾਲ ਗੱਲ ਕਰਨ ਦਾ ਮਕਸਦ ਵੀ ਇਹੀ ਸੀ ਕਿ ਆਖਰਕਾਰ ਕਾਨੂੰਨੀ ਤੌਰ ਤੇ ਵੀ ਓਡੀ ਮਜ਼ਬੂਤੀ ਨਹੀਂ ਰਹਿੰਦੀ ਹੈਗੀ, ਹੱਥ ਵਸੀਲੇ ਬਾਅਦ 'ਚ ਉਹ ਚੀਜ਼ਾਂ ਨਹੀਂ ਰਹਿੰਦੀਆਂ। ਦਿੱਕਤਾਂ ਪਰੇਸ਼ਾਨੀਆਂ ਬਹੁਤ ਨੇ, ਪਰ ਜਿਵੇਂ ਵਕੀਲ ਸਾਹਿਬ ਵਾਲੀ ਗੱਲ ਕਿ ਆਖਰਕਾਰ ਜੇ ਸੌਦਾ ਕਰਨ ਲੱਗੇ ਹੋ ਤਾਂ ਫਿਰ ਉਹਨੂੰ ਚੰਗੀ ਤਰ੍ਹਾਂ ਕਰ ਲਓ, ਲਿਖ ਪੜ੍ਹ ਤੱਕ ਚੰਗੀ ਤਰ੍ਹਾਂ ਕਰ ਲਓ, ਤਾਂ ਕਿ ਕੱਲ੍ਹ ਨੂੰ ਤੁਹਾਡੇ ਕੋਲ ਕੋਈ ਹੱਥ ਬਸ ਡੋਰ ਰਹਿ ਜੇ। ਤੇ ਨਾਲੋਂ ਨਾਲ ਇਹ ਵੀ ਗੱਲ ਕਿ ਆਖਰਕਾਰ ਜੇ ਚਾਈਨਾ ਦੇ ਮਾਲ ਦਾ ਭਰੋਸਾ ਨਹੀਂ ਤਾਂ ਫਿਰ ਅਜਿਹੇ ਚੀਜ਼ਾਂ ਦਾ ਤੁਸੀਂ ਕੀ ਭਰੋਸਾ ਕਰੋਗੇ। ਖੈਰ ਰਿਸ਼ਤਿਆਂ ਤੇ ਸਿੱਧਾ ਸਵਾਲ ਉੱਠ ਰਿਹਾ ਹੁਣ ਕਿ ਆਖਰਕਾਰ ਲੋਭ ਲਾਲਚ 'ਚ ਲੋਕ ਇਹ ਚੀਜ਼ਾਂ ਭੁੱਲ ਗਏ ਕਿ ਆਖਰਕਾਰ ਸਾਡੇ ਜਿਹੜੇ ਰਿਸ਼ਤੇ ਸੀਗੇ ਉਹ ਖੂਨ ਦੇ ਰਿਸ਼ਤਿਆਂ ਨੂੰ ਵੀ ਕਿਤੇ ਨਾ ਕਿਤੇ ਤਾਰ-ਤਾਰ ਕਰ ਰਹੇ ਨੇ। ਤਾਂ ਆਖਰਕਾਰ ਜ਼ਰੂਰਤ ਹੈ ਪੰਜਾਬ ਦੀ ਹੋਂਦ ਨੂੰ ਬਚਾਉਣ ਦੀ, ਤੇ ਆਪਦੇ ਧੀ ਪੁੱਤ ਬਚਾਉਣੇ ਨੇ ਤਾਂ ਲਾਲਚ ਪਿੱਛੇ ਛੱਡਣੇ ਹੋਣਗੇ। ਪੈਰੀਂ ਸਿਰੀ ਇੰਨਾ ਖੜਾ ਕਰ ਦਿਓ ਕਿ ਆਖਰਕਾਰ ਉਹ ਖੁਦ ਆਪਦੇ ਦਮ ਤੇ ਜੇ ਜਾਵੇ ਤਾਂ ਕਿਸੇ ਨੂੰ ਤੁਸੀਂ ਕੱਲ੍ਹ ਨੂੰ ਭੰਡਣ ਜੋਗੇ ਵੀ ਨਾ ਰਹੋ। ਸੀਨੀਅਰ ਵੀਡੀਓ ਜਰਨਲਿਸਟ ਕਮਲ ਦੇ ਨਾਲ ਸੁਮਿਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।